ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ਼੍ਰੀ ਅਰਜਨ ਔਰ ਗੰਗ ਜੋਤ
ਪਰਮ ਪ੍ਰਸੰਨ ਸੋ ਹੋਏ। ਚਹਤ ਪੁੱਤਰ ਬੜ ਤੇਜ ਮੈਂ, ਜਿਹ ਸਮ ਦੁਤੀ ਨ ਕੋਏ। ਸ਼੍ਰੀ ਅਰਜਨ ਔਰ ਗੰਗ ਜੁਤ, ਪਰਮ ਪ੍ਰਸੰਨ ਸੋ ਹੋਏ। ਚਹਤ ਪੁੱਤਰ ਬੜ ਤੇਜ ਤੇ, ਜਿਹ ਸਮ ਦੁਤੀ ਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਹਰਾ ਜਹੂਰ, ਦੀਨਾ ਬੰਧੂ, ਭਗਤ ਵਛਲ, ਗੁਰੂ ਗਰੀਬ ਨਿਵਾਜ, ਨੇਚਲ ਚੌਰ ਛਤਰ ਤਖਤ ਕੇ ਮਾਲਕ, 10 ਪਾਤਸ਼ਾਹੀਆਂ ਜੀ ਦੇ ਪਾਵਨ ਪਵਿੱਤਰ ਸਰੂਪ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਪਾਵਨ ਪਵਿੱਤਰ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵੱਡੇ ਭਾਗਾਂ ਦੇ ਸਦਕਾ ਨਿਤਾ ਪ੍ਰਤੀ ਸਾਧ ਸੰਗਤ ਦੀਆਂ ਕੜੀਆਂ ਮਾਨਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਗੁਰਸਿੱਖ ਮੀਤ ਚੱਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਕਰਦੀ ਅੰਮ੍ਰਿਤ ਰੂਪ ਉਜਲ ਗਾਥਾ ਆਪਾਂ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਲੜੀਵਾਰ ਰੂਪ ਅੰਦਰ ਸ਼ਰਵਣ ਕਰ ਰਹੇ ਹਾਂ। ਕੱਲ ਦੇ ਦੀਵਾਨ ਵਿੱਚ ਜਥਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ, ਜਿਸ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀਆਂ ਪੂਰਨ ਗੁਰਸਿੱਖ ਦੀ ਮਹਿਮਾ ਦਰਸਾਉਣਾ ਕੀਤੀ ਹੈ। ਇਹ ਜਣਾਇਆ ਹੈ ਕਿ ਪੂਰਨ ਗੁਰਸਿੱਖ ਦੇ ਵਰਦਾਨ ਦੇ ਨਾਲ ਇੱਕ ਅਜਾਨ ਬਾਹੋ ਬੰਦੀ ਛੋੜ ਦਾਤਾ ਅਵਤਾਰ ਧਾਰ ਰਹੇ ਹੈ। ਮਾਤਾ ਗੰਗਾ ਜੀ, ਜਿਨ੍ਹਾਂ ਨੂੰ ਯੁਗਤੀ ਸਾਰੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੱਸਣਾ ਕੀਤੀ ਸੀ, ਆਪਣੇ ਹੱਥੀਂ ਪ੍ਰਸ਼ਾਦਾ ਲੈ ਜਾ ਕਰਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਵਿੱਚ ਨੰਗੇ ਪੈਰੀਂ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਤੋਂ ਚੱਲ ਕਰਕੇ ਹੁਣ ਜਿੱਥੇ ਠਾਠਾ ਨਗਰ ਹੈ, ਜਿੱਥੇ ਬੀੜ ਬਾਬਾ ਬੁੱਢਾ ਸਾਹਿਬ ਦਾ ਪਵਿੱਤਰ ਸਥਾਨ ਹੈ, ਇੱਥੇ ਪਹੁੰਚੇ ਸਨ। ਬਾਬਾ ਬੁੱਢਾ ਸਾਹਿਬ ਦੀਆਂ ਮਾਤਾ ਜੀ ਨੂੰ ਆਉਂਦਿਆਂ ਵੇਖ ਕੇ ਨਮਸਕਾਰ ਕੀਤੀ ਔਰ ਸੋਭਾ ਗਾਇਨ ਕੀਤੀ ਕਿ ਵਾਹ ਮਾਤਾ ਆਪ ਧੰਨ ਹੋ। ਜਦੋਂ ਪੁੱਤਰਾਂ ਨੂੰ ਭੁੱਖ ਲੱਗਦੀ ਹੈ, ਮਾਵਾਂ ਤੋਂ ਸਹਿਣ ਨਹੀਂ ਹੁੰਦਾ, ਜਿਸ ਕਰਕੇ ਮਾਵਾਂ ਪੁੱਤਰਾਂ ਦੀ ਭੁੱਖ ਨਾ ਸਹਾਰਦੀਆਂ ਹੋਈਆਂ ਕਾਹਲੀ ਨਾਲ ਪੁੱਤਰਾਂ ਦੀ ਭੁੱਖ ਮਿਟਾਉਣ ਵਾਸਤੇ ਭੋਜਨ ਪ੍ਰਸ਼ਾਦਾ ਹਾਜ਼ਰ ਕਰ ਲੈਂਦੀਆਂ। ਅਸੀਂ ਤੁਹਾਡੇ ਪੁੱਤਰ ਹਾਂ, ਸਾਡੀ ਭੁੱਖ ਵੇਖ ਕੇ ਮਾਤਾ ਜੀ ਤੁਸਾਂ ਨੇ ਇਹ ਕੌਤਕ ਵਰਤਾਉਣਾ ਕੀਤਾ ਹੈ, ਤੇ ਜਿਹੜੀ ਇੱਛਾ ਤੁਹਾਡੇ ਮਨ ਵਿੱਚ ਆ ਕਿਉਂ ਨਾ ਪੂਰੀ ਹੋਵੇਗੀ। ਬਾਬਾ ਜੀ ਨੇ ਰਜ ਰਜ ਕੇ ਪ੍ਰਸ਼ਾਦਾ ਛਕਿਆ, ਵਰਦਾਨ ਦੇ ਬਚਨ ਕਹੇ। ਅਸਮਾਨ ਦੇ ਵਿੱਚ ਰਮਣੀਕ ਮੌਸਮ
ਹਨੇਰ ਦਾ ਛੁੱਟਣਾ, ਬਦਲੀ ਦਾ ਚਮਕਣਾ, ਬੱਦਲ ਦਾ ਗਰਜਣਾ ਇਤਿਆਦਿਕ ਸ਼ੁਭ ਸ਼ਗਨ ਵੇਖ ਕੇ ਬਾਬਾ ਜੀਆਂ ਵਰਦਾਨ ਦਿੱਤਾ ਕਿ ਮਾਤਾ ਜੀ ਤੁਹਾਡੇ ਘਰ ਵਿੱਚ ਮਹਾਬਲੀ ਯੋਧਾ ਸੂਰਮਾ ਪੈਦਾ ਹੋਵੇਗਾ, ਜਿਹਦਾ ਪ੍ਰਤਾਪ ਸੰਸਾਰ ਵਿੱਚ ਕੋਈ ਵੀ ਬਲੀ ਜੰਗਜੂ ਚੱਲ ਨਹੀਂ ਸਕੇਗਾ ਤੇ ਬੜੇ ਪ੍ਰਤਾਪੀ ਮਹਾਂਪੁਰਖ ਹੋਣਗੇ, ਪੀਰਾਂ ਦੇ ਪੀਰ ਹੋਣਗੇ, ਪਾਤਸ਼ਾਹ ਬਾਦਸ਼ਾਹ ਦੇ ਬਾਦਸ਼ਾਹ ਹੋਣਗੇ ਤੇ ਪਾਤਸ਼ਾਹ ਦੇ ਪਾਤਸ਼ਾਹ ਸੱਚੇ ਪਾਤਸ਼ਾਹ ਹੋਣਗੇ। ਇਹੋ ਜਿਹੇ ਬਚਨ ਬਾਬਾ ਬੁੱਢਾ ਸਾਹਿਬ ਜੀਆਂ ਕੀਤੇ। ਔਰ ਨਾਲੇ ਵੀ ਆਖਿਆ ਵੀ ਨਾਮ ਹਰਗੋਬਿੰਦ ਸਾਹਿਬ ਰੱਖਣਾ। ਇਹ ਵਰਦਾਨ ਪ੍ਰਾਪਤ ਕਰਕੇ ਮਾਤਾ ਗੰਗਾ ਜੀਆਂ ਦੇ ਖੁਸ਼ੀ ਦੀ ਹੱਦ ਨਾ ਰਹੀ ਤੇ ਨਾਲ ਦਾਸੀਆਂ ਸਮੇਤ ਅੰਮ੍ਰਿਤਸਰ ਸਾਹਿਬ ਵਾਪਸ ਮੁੜੇ। ਇੱਥੇ ਆਣ ਕਰਕੇ ਸਾਰੀ ਵਾਰਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸੁਣਾਉਣਾ ਕੀਤੀ। ਸੱਚੇ ਪਾਤਸ਼ਾਹ ਦੀਆਂ ਵੀ ਮਹਿਮਾ ਗਾਈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਖਜ਼ਾਨੇ ਦੇ ਜਿਹੜੇ ਪਰਖੇ ਹੋਏ ਪੂਰੇ ਸਿੱਖ ਆ ਨਾ, ਰਤਨਾ ਵਰਗੇ, ਉਹਨਾਂ ਦੀ ਕੀ ਸੋਭਾ, ਦੇਵੀ ਦੇਵਤੇ ਵੀ ਉਹਨਾਂ ਦਾ ਅੰਤ ਨਹੀਂ ਪਾ ਸਕਦੇ। ਜਿਹੜਾ ਮੂੰਹ ਬੋਲਣ ਬਚਨ ਪੂਰਾ ਹੁੰਦਾ, ਖਾਲੀ ਨੂੰ ਭਰ ਸਕਦੇ ਆ, ਭਰੇ ਨੂੰ ਖਾਲੀ ਕਰ ਸਕਦੇ ਆ, ਸੁੱਕੇ ਨੂੰ ਹਰਾ ਕਰ ਸਕਦੇ ਆ, ਹਰੇ ਨੂੰ ਸੁੱਕਾ, ਮਰੇ ਨੂੰ ਜਿਉਂਦਾ, ਜਿਉਂਦੇ ਨੂੰ ਮਰਿਆ। ਇਹਨਾਂ ਦੀ ਉਪਮਾ ਮਹਾਨ ਹੈ। ਧੰਨ ਹਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ। ਤੋ ਇਸ ਤਰ੍ਹਾਂ ਆਪ ਭੋਜਨ ਛਕਿਆ ਗੁਰੂ ਅਰਜਨ ਦੇਵ ਮਹਾਰਾਜ ਜੀਆਂ, ਫਿਰ ਮਾਤਾ ਜੀਆਂ ਛਕਣਾ ਕੀਤਾ। ਇਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਹੈ। ਉਹ ਹੁਣ ਤੀਕਰ ਵੀ ਉਹ ਪਵਿੱਤਰ ਸਥਾਨ ਬੀੜ ਬਾਬਾ ਬੁੱਢਾ ਸਾਹਿਬ 21 ਅੱਸੂ ਦਾ ਇਹ ਮੇਲਾ ਲੱਗਦਾ ਹੈ। ਮਾਤਾ ਗੰਗਾ ਜੀ ਨੂੰ ਵਰਦਾਨ ਮਿਲਣ ਦੀ ਯਾਦ ਵਿੱਚ 1651 ਬਿਕਰਮੀ ਸੰਮਤ ਤੇ 21 ਅੱਸੂ ਦੇ ਦਿਨ ਇਹ ਵਰਦਾਨ ਪ੍ਰਾਪਤ ਹੋਇਆ ਸੀ, ਜਿਸ ਕਰਕੇ ਅੱਜ ਵੀ ਸੰਗਤਾਂ ਉੱਥੇ ਜੋੜ ਮੇਲਾ ਭਰਦਾ ਜੁੜਦੀਆਂ ਅੱਸੂ ਦੇ ਮਹੀਨੇ ਵਿੱਚ। ਅੱਗੇ ਜਿਵੇਂ ਪ੍ਰਸੰਗ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਸਤਿਗੁਰਾਂ ਦੇ ਅਵਤਾਰ ਦਾ ਆਰੰਭ ਹੁੰਦਾ, ਆਪਾਂ ਸੁਣੀਏ ਜੀ। ਮਹਾਰਾਜ ਦੇ ਅਵਤਾਰ ਧਾਰਨ ਤੋਂ ਪਹਿਲਾਂ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਸੀ ਵੀ ਗੁਰੂ ਕਿਆਂ ਨੂੰ ਕਿੱਥੇ ਭਾਜੜ ਪਈ ਹੈ, ਉਹ ਬਚਨ ਵੀ ਪੂਰਾ ਕਰ ਰਹੇ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਆਪ। ਜਿਵੇਂ ਜਿਵੇਂ ਸਾਧ ਸੰਗ ਜੀ ਪ੍ਰਸੰਗ ਆ ਰਿਹਾ ਸੁਣੀਏ ਜੀ, ਚਿੱਤ ਬਿਰਤੀ ਇਕਾਗਰ ਕਰੋ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਸਾਓ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਅਰਜਨ ਔਰ ਗੰਗ ਜੋਤ। ਕਵੀ ਜੀ ਕਹਿੰਦੇ ਆ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਨ ਵਿੱਚ ਵੀ ਤੇ ਮਾਤਾ ਗੰਗਾ ਜੀਆਂ ਦੇ ਸਮੇਤ ਇਹਨਾਂ ਦੋਹਾਂ ਦੇ ਮਨ ਵਿੱਚ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਿਰਦੇ ਅੰਦਰ ਔਰ ਧੰਨ ਮਾਤਾ ਗੰਗਾ ਜੀ ਦੇ ਹਿਰਦੇ ਅੰਦਰ ਪਰਮ ਪ੍ਰਸੰਨ ਸੋ ਹੋਏ। ਹਾਂ, ਦੋਹਾਂ ਦੇ ਹਿਰਦੇ ਪਰਮ ਵੱਡੇ ਹੀ ਪ੍ਰਸੰਨ ਹੋ ਰਹੇ ਹੈ, ਖੁਸ਼ ਹੋ ਰਹੇ ਹਨ। ਚਹਿਤ ਪੁੱਤਰ ਬੜ ਤੇਜ ਮੈਂ। ਤੇ ਮਾਤਾ ਜੀ ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਤਾਂ ਹੈ ਪਰਮੇਸ਼ਰ ਦਾ ਸਰੂਪ, ਪਰ ਮਾਤਾ ਗੰਗਾ ਜੀ ਪੁੱਤਰ ਚਾਹੁੰਦੇ ਆ ਜਿਹਦਾ ਬਹੁਤ ਪ੍ਰਤਾਪ ਹੋਵੇ, ਤੇਜ ਪ੍ਰਤਾਪ ਰੂਪ ਪੁੱਤਰ ਦੀ ਇੱਛਾ ਰੱਖਦੇ ਆ। ਜਿਹ ਸਮਦੁਤੀ ਨ ਕੋਏ। ਸਾਡੇ ਘਰ ਵਿੱਚ ਇਹੋ ਜਿਹੇ ਸ਼ਹਿਜ਼ਾਦੇ ਪੈਦਾ ਹੋਣ, ਅਵਤਰਨ ਜਿਨ੍ਹਾਂ ਦੇ ਬਰਾਬਰ ਸੰਸਾਰ ਵਿੱਚ ਹੋਰ ਦੂਜਾ ਨਾ ਕੋਈ ਹੋਵੇ। ਕਬਿਤ ਬ੍ਰਿਧ ਬਾਰ ਪਾਏ ਗੰਗ ਗ੍ਰਭ ਤਰਿਓ ਹੈ। ਤੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਵਰਦਾਨ ਹੋਇਆ ਸੀ ਮਾਤਾ ਗੰਗਾ ਜੀਆਂ ਨੂੰ ਕਿ ਪੁੱਤਰਵੰਤੀ ਹੋਵੋਗੇ ਤੇ ਅਜਾਣ ਬਾਹੋ ਬਹੁਤ ਬੜੀ ਪਾਤਸ਼ਾਹ ਸੂਰਬੀਰ ਤੁਹਾਡੇ ਗ੍ਰਹਿ ਵਿਖੇ ਅਵਤਰਨਗੇ। ਤੋ ਬਾਬਾ ਬੁੱਢਾ ਸਾਹਿਬ ਜੀ ਦਾ ਵਰਦਾਨ ਜਿਹੜਾ ਫਲੀ ਭੂਤ ਹੋਇਆ ਹੈ,
ਮਾਤਾ ਗੰਗਾ ਜੀਆਂ ਨੇ ਗਰਭ ਧਾਰਨਾ ਕੀਤਾ ਹੈ। ਤਬ ਦੰਪਤ ਆਨੰਦ ਭਏ ਦਾਸੀ ਅਰਦਾਸ ਗਨ। ਔਰ ਸਾਰੇ ਦਾਸੀਆਂ ਦਾਸ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਧੰਨ ਮਾਤਾ ਗੰਗਾ ਜੀ, ਸਭ ਪਾਸੇ ਖੁਸ਼ੀਆਂ ਖੁਸ਼ੀਆਂ ਹਨ, ਬੜੇ ਪ੍ਰਸੰਨ ਹੋ ਰਹੇ ਹਨ। ਔਰ ਹਿਤਕਾਰੀ ਸੋ ਪ੍ਰਸੰਨ ਭਏ ਭਾਰੀ ਸੁਨ। ਹਾਂ, ਸੁਣ ਸੁਣ ਕੇ ਨਾ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਅਵਤਰਨ ਵਾਲੇ ਹੈ, ਪ੍ਰਗਟ ਹੋਣ ਵਾਲੇ ਹੈ। ਸੁਣ ਸੁਣ ਕੇ ਜਿੰਨੇ ਗੁਰੂ ਘਰ ਨੂੰ ਪ੍ਰੇਮ ਕਰਨ ਵਾਲੇ ਪ੍ਰੇਮੀ ਸਿੱਖ ਸਨ, ਸਾਰੇ ਬੜੇ ਖੁਸ਼ ਹੋ ਰਹੇ ਆ। ਗੁਰ ਅਵਤਾਰੀ ਪ੍ਰਗਟੈ ਕੋ ਜਿਸ ਜਸ ਗਨ। ਤੇ ਸਾਰੇ ਜਾਣਦੇ ਆ ਵੀ ਅਵਤਾਰੀ ਪੈਦਾ ਹੋਣਗੇ, ਬਹੁਤ ਅਵਤਾਰ ਵਾਲੇ ਛੇਵੇਂ ਪਾਤਸ਼ਾਹ ਜੀ ਪ੍ਰਗਟ ਹੋਣਗੇ ਜਦੋਂ, ਤੇ ਜਿਨ੍ਹਾਂ ਦਾ ਬੜਾ ਭਾਰੀ ਜਸ ਹੋਵੇਗਾ ਸੰਸਾਰ ਤੇ, ਬੜੀ ਮਹਿਮਾ ਬੜੀ ਵਡਿਆਈ ਹੋਵੇਗੀ। ਹੋਏਗੀ ਬਧਾਈ ਮਨ ਹਮ ਬਾਸ਼ਤ ਕੋ ਪਾਈ। ਤੇ ਜਿਹੜੇ ਕੁਝ ਗਰੀਬ ਲੋਕ ਹੈ ਉਹ ਵੀ ਜਾਣਦੇ ਆ, ਖੁਸ਼ ਹੁੰਦੇ ਵੀ ਸਤਿਗੁਰਾਂ ਦੇ ਘਰ ਵਿੱਚ ਜਦੋਂ ਛੇਵੇਂ ਪਾਤਸ਼ਾਹ ਸਾਹਿਬਜ਼ਾਦੇ ਅਵਤਰਨਗੇ ਤੇ ਸਾਨੂੰ ਮਨ ਮੂੰਹ ਮੰਗੀਆਂ ਇੱਛਾ ਪ੍ਰਾਪਤ ਹੋਣਗੀਆਂ, ਵੀ ਗੁਰੂ ਅਰਜਨ ਦੇਵ ਮਹਾਰਾਜ ਜਾਂ ਮਾਤਾ ਗੰਗਾ ਜੀ ਸਾਨੂੰ ਮੂੰਹ ਮੰਗੇ ਪਦਾਰਥ ਦਾਨ ਦੇਣਗੇ, ਖੁੱਲਾ ਡੁੱਲਾ ਦਾਨ ਕਰਨਗੇ, ਬੜੀਆਂ ਵਧਾਈਆਂ ਮਿਲਣਗੀਆਂ। ਤਬ ਲਹਿੰਗੇ ਦਰਸ ਕਰ ਪੂਰਨ ਕੀ ਆਸ ਗਨ। ਤੇ ਅਸੀਂ ਨਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਂਗੇ, ਜਿਨ੍ਹਾਂ ਦੇ ਦਰਸ਼ਨ ਕਰ ਕਰਕੇ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਬੜਾਂਗੇ ਬਿਲਾਸ ਗਾਨ ਰੰਗੈ ਪ੍ਰਕਾਸ਼ ਗਨ। ਤੋ ਇਸ ਤਰ੍ਹਾਂ ਜਿਹੜਾ ਹੈ ਬੜਾ ਪ੍ਰਕਾਸ਼ ਹੋਵੇਗਾ, ਵਡਿਆਈ ਦਾ, ਜਸ ਦਾ, ਬੜੀ ਭਾਰੀ ਸ਼ੋਭਾ ਵਧੇਗੀ ਤੇ ਸ੍ਰੇਸ਼ਟ ਗੁਣਾਂ ਦਾ ਪ੍ਰਕਾਸ਼ ਹੋਵੇਗਾ। ਛਤਰ ਹਵੈ ਉਦਾਸ ਗਨ ਲਹਿੰਗੇ ਵਿਨਾਸ਼ ਗਨ। ਤੇ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬਜ਼ਾਦਿਆਂ ਦੇ ਅਵਤਾਰ ਧਾਰਨ ਦੇ ਨਾਲ ਪ੍ਰਿਥੀ ਚੰਦ ਤੇ ਬੀਬੀ ਕਰਮੋਂ ਤੋਂ ਆਦਿਕ ਜਿਹੜੇ ਦੁਸ਼ਮਣ ਹੈ, ਮੁਗਲ ਹੈ ਜਾਂ ਪਾਪੀ ਲੋਕ, ਜਿਹੜੇ ਸਾਰੇ ਜਿਹੜੇ ਧਰਮ ਦੇ ਦੁਸ਼ਮਣ ਹੈ, ਸਾਰੇ ਉਦਾਸ ਹੋਣਗੇ ਤੇ ਇੱਕ ਨਾ ਇੱਕ ਦਿਨ ਆਪਦੇ ਵਿਨਾਸ਼ ਨੂੰ ਪ੍ਰਾਪਤ ਕਰਨਗੇ। ਬਾਬਾ ਬੁੱਢਾ ਸਾਹਿਬ ਜੀ ਦੇ ਵਰਦਾਨ ਅਨੁਸਾਰ ਮਾਤਾ ਗੰਗਾ ਜੀ ਦੇ ਸਾਹਿਬਜ਼ਾਦੇ ਵੱਡੇ ਹੋ ਕਰਕੇ ਸਭ ਦੁਸ਼ਟਾਂ ਨੂੰ ਗਾਲ ਦੇਣਗੇ, ਨਾਸ਼ ਕਰ ਦੇਵਣਗੇ। ਸੰਤਨ ਕੀ ਮਹਿਮਾ ਅਨੰਤ ਹੀ ਵਿਚਾਰਨ ਚਿੱਤ। ਤੇ ਸੰਗਤਾਂ ਵਿਚਾਰਦੀਆਂ ਵੀ ਧੰਨ 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 ਹਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਵਰਦਾਨ ਨਾਲ ਅਜਾਣ ਬਾਹੋ ਤੋਂ ਮਹਾਬਲੀ ਯੋਧੇ ਪ੍ਰਗਟ ਹੋ ਰਹੇ ਹੈ। ਸੰਤਾਂ ਦੀ ਮਹਿਮਾ ਧੰਨ ਹੈ ਭਾਈ, ਧੰਨ ਹੈ, ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼ਾਂ ਦੀ ਵਡਿਆਈ ਸਭ ਆਪਸੇ ਵਿੱਚ ਵਿਚਾਰਦੇ ਆ, ਅਨੰਤ ਵਡਿਆਈ ਹੈ। ਸਾਮ ਭਗਵੰਤ ਕੇ ਮਿਲੈਂਗੇ ਅੰਤ ਤਾਹੇ ਸੋ। ਤੇ ਬਾਬਾ ਬੁੱਢਾ ਸਾਹਿਬ ਜੀ ਤਾਂ ਜਾਂ ਸਾਧੂ ਸੰਤ ਮਹਾਂਪੁਰਖ ਜਿਹੜੇ ਹੁੰਦੇ ਆ, ਸੰਗਤਾਂ ਇਹ ਵਿਚਾਰਦੀਆਂ ਮਨ ਵਿੱਚ ਵੀ ਉਹ ਤਾਂ ਭਗਵੰਤ ਦਾ ਹੀ ਰੂਪ ਹੁੰਦੇ, ਪਰਮੇਸ਼ਰ ਦਾ, ਤੇ ਸਰੀਰ ਕਰਕੇ ਪਰਉਪਕਾਰ ਕਰਕੇ ਸੰਸਾਰ ਤੇ ਰਹਿੰਦੇ, ਪਰਉਪਕਾਰ ਕਰਨ ਵਾਸਤੇ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ ਹਰਸਿਓ ਲੈਣ ਮਿਲਾਏ। ਤੇ ਜਦੋਂ ਅੰਤਲਾ ਸਮਾਂ ਆਉਂਦਾ ਫਿਰ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਆ, ਭੇਦ ਹੋ ਜਾਂਦੇ ਆ। ਗੁਰੂ ਅਰ ਜਨ ਔਰ ਤਾਰ ਜੋ ਉਚਾਰਿਓ ਸਰਾਪ। ਤੇ ਬਾਕੀ ਇੱਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਵਿਚਾਰ ਕੀਤੀ ਇੱਕ ਦਿਨ ਬੈਠਿਆਂ ਹੋਇਆਂ, ਵੀ ਜਿਹੜੇ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਸਰਾਪ ਦੇ ਬਚਨ ਕਹੇ ਸੀ ਗੰਗਾ ਜੀ ਨੂੰ ਕਿ ਗੁਰੂ ਕਿਆਂ ਨੂੰ ਕਿੱਧਰ ਭਾਜੜ ਪਈ ਹੋਈ ਹੈ, ਅੰਮ੍ਰਿਤਸਰ ਵਾਲੇ ਕਿੱਧਰ ਤੜਕੇ ਤੜਕੇ ਘੋੜੇ ਦੜਾਉਂਦੇ ਭੱਜੇ ਆਉਂਦੇ ਆ, ਉਹ ਭਾਜੜ ਦਾ ਬਚਨ ਜਿਹੜਾ ਨਾ ਸਰਾਪ ਵਾਂਗੂ ਹੋਇਆ ਬਾਬਾ ਬੁੱਢਾ ਸਾਹਿਬ ਜੀ ਦਾ ਟਾਲਣ ਦੇ ਸਮਰੱਥ ਹੈ ਗੁਰੂ ਅਰਜਨ ਦੇਵ ਜੀ। ਪਰ ਫਿਰ ਵੀ ਵੇਖੋ ਸਾਨੂੰ ਜਣਾ ਰਹੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿ ਸਾਧ ਬਚਨ ਅਟਲਾਦਾ, ਵੀ ਸਾਧੂ ਦਾ ਬਚਨ ਅਟਲ ਹੁੰਦਾ ਤੇ ਸਾਧੂ ਦਾ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਵੀ ਮੰਨ ਰਹੇ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਹੋਇਆ ਸੀ, ਮਾਤਾ ਗੰਗਾ ਜੀਆਂ ਦੱਸ ਦਿੱਤਾ ਸੀ, ਮਹਾਰਾਜ ਬਾਬਾ ਬੁੱਢਾ ਜੀ ਆਖ ਦਿੱਤਾ ਵੀ ਗੁਰੂ ਕਿਆਂ ਨੂੰ ਕਿੱਧਰ ਭਾਜੜ ਪਈ ਹੋਈ ਹੈ। ਉਹ ਸਾਰਾ ਗੱਲਬਾਤ ਬਚਨ ਬਾਬਾ ਜੀ ਦਾ ਸਤਿਗੁਰਾਂ ਯਾਦ ਕੀਤਾ ਹੈ। ਤਾਂ ਕੋ ਸਤ ਹਨ ਬਨਹੀਨ ਫਲ ਨਾਹਿ ਸੋ। ਤੇ ਆਖਿਆ ਵੀ ਮਨ ਵਿੱਚ ਵਿਚਾਰਦੇ ਵੀ ਉਹ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਸੱਤ ਹੈ, ਤੋ ਹਨ ਬਨੈ
ਵੀ ਉਹ ਨਾਸ਼ ਨਹੀਂ ਹੋਣਾ ਬਣਦਾ, ਭਾਵ ਉਹ ਟਲਣ ਵਾਲਾ ਬਚਨ ਨਹੀਂ, ਤੇ ਉਹ ਫਲ ਜ਼ਰੂਰ ਦੇਵੇਗਾ। ਚਾਹੇ ਅੱਜ ਫਲ ਦੇਵੇ, ਸਾਨੂੰ ਸ਼ਹਿਰ ਛੱਡਣਾ ਪਵੇਗਾ ਇੱਕ ਨਾ ਇੱਕ ਦਿਨ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਨਾਲ ਜੇ ਸਾਡੇ ਘਰ ਸਾਹਿਬਜ਼ਾਦੇ ਅਵਤਰ ਰਹੇ ਆ, ਉਹ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਹੈ। ਤੇ ਜਿਹੜਾ ਭਾਜੜ ਪੈਣ ਵਾਲਾ ਬਚਨ, ਫਿਰ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਹੀ ਹੋਇਆ। ਇਹ ਬਚਨ ਜੇ ਫਲੀ ਭੂਤ ਹੋ ਰਿਹਾ ਤੇ ਬਚਨ ਤਾਂ ਉਹ ਵੀ ਪੂਰਾ ਹੋਵੇਗਾ। ਸਤਿਗੁਰੂ ਜੀ ਵਿਚਾਰਦੇ ਆ ਵੀ ਇਹਨਾਂ ਮਹਾਂਪੁਰਖਾਂ ਦੇ ਬਚਨ ਟਲਣ ਵਾਲੇ ਨਹੀਂ ਹਨ। ਪੁੱਤਰ ਤੇ ਪ੍ਰਥਮ ਪਣਿਓ ਪ੍ਰਥਮ ਹੀ ਭੋਗਿਓ। ਬਾਕੀ ਮਹਾਰਾਜ ਵਿਚਾਰਦੇ, ਮਨ ਵਿੱਚ ਸੋਚਦੇ ਆ ਵੀ ਪੁੱਤਰ ਦਾ ਵਰਦਾਨ ਦੇਣ ਤੋਂ ਪਹਿਲਾਂ ਬਾਬਾ ਜੀਆਂ ਨੇ ਇਹ ਬਚਨ ਕਰ ਦਿੱਤਾ ਸੀ ਕਿ ਗੁਰੂ ਕਿਆਂ ਨੂੰ ਕਿੱਧਰ ਭਾਜੜ ਪਈਏ। ਭਾਜੜ ਵਾਲਾ ਸਰਾਫ ਦਾ ਬਚਨ ਬਾਬਾ ਬੁੱਢਾ ਸਾਹਿਬ ਜੀਆਂ ਸਾਹਿਬਜ਼ਾਦੇ ਦੇ ਵਰਦਾਨ ਦੇਣ ਤੋਂ ਪਹਿਲਾਂ ਕੀਤਾ ਸੀ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹ ਬਚਨ ਪੂਰਾ ਵੀ ਪਹਿਲਾਂ ਹੀ ਕਰ ਦਈਏ, ਸਾਹਿਬਜ਼ਾਦੇ ਦੇ ਅਵਤਾਰ ਤੋਂ ਪਹਿਲਾਂ ਹੀ। ਯੋਗਤਾ ਇਹੀ ਹੈ ਸੁਖ ਦੁੱਖ ਸੇਵੈ ਚਾਹੇ ਸੋ। ਤੇ ਅਸੀਂ ਭਾਵ ਮਹਾਰਾਜ ਵਿਚਾਰਦੇ ਵੀ ਚੰਗੀ ਗੱਲ ਤਾਂ ਹੁਣ ਇਹਦੇ 'ਚ ਹੈ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਪਾਲੀਏ ਅਸੀਂ। ਜਿਵੇਂ ਉਹਨਾਂ ਨੇ ਕਹਿ ਦਿੱਤਾ, ਸੁੱਖ ਹੋਵੇ ਦੁੱਖ ਹੋਵੇ, ਉਹ ਆਪਦੇ ਤੇ ਝਲਣਾ ਕਰੀਏ, ਭੋਗਣਾ ਕਰੀਏ। ਬਚਨ ਅਮਿਟ ਹੈ ਉਪਾਏ ਤੇ ਨ ਹਟ ਹੈ। ਤੇ ਬਚਨ ਬਾਬਾ ਬੁੱਢਾ ਸਾਹਿਬ ਜੀ ਦਾ ਅਟਲ ਹੈ। ਬਾਕੀ ਮਹਾਰਾਜ ਵਿਚਾਰਦੇ ਹੈ ਵੀ ਇਹ ਅਟਲ ਵੀ ਬਚਨ ਤੇ ਟਾਲਿਆ ਨਹੀਂ ਟਲਣਾ। ਜੇ ਆਖੀ ਵੀ ਕੁਝ ਦਿਨ ਰੁਕ ਜਾਈਏ, ਇਹ ਸਾਨੂੰ ਸ਼ਹਿਰ ਛੱਡਣਾ ਹੀ ਪਵੇਗਾ ਇੱਕ ਵਾਰੀ। ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਹੋਏ, ਚਾਹੇ ਅੱਜ ਛੱਡ ਦਈਏ ਤੇ ਚਾਹੇ ਅੰਮ੍ਰਿਤਸਰ ਸਾਹਿਬ ਥੋੜ੍ਹਾ ਸਮਾਂ ਰੋਕ ਕੇ ਛੱਡ ਦਈਏ, ਪਰ ਛੱਡਣਾ ਪਵੇਗਾ। ਬਚਨ ਅਟਲ ਹਨ, ਟਾਲਿਆਂ ਸਰਨਾ ਨਹੀਂ ਹੈ। ਅਨੇਕ ਹੀ ਪਲਟ ਹੈ ਨਾ ਮਿਟਲਟ ਕਾਹੇ ਸੋ। ਜਿੰਨਾ ਮਰਜੀ ਪਲਟੇ ਮਾਰ ਲਈਏ, ਨਾ ਪਲਟਣ ਵਾਲਾ ਬਚਨ ਹੈ ਤੇ ਨਾ ਹੀ ਲਮਕਾਇਆ ਜਾਣ ਵਾਲਾ ਵੀ ਚਲੋ ਸਾਲ 5 ਸਾਲ 7 ਸਾਲ ਮਹਾਰਾਜ ਸਮਰੱਥ ਹੈ ਨਾ ਲਮਕਾ ਸਕਦੇ ਵੀ ਹੈ। ਪਰ ਵਿਚਾਰਦੇ ਵੀ ਕੀ ਫਾਇਦਾ ਹੈ, ਭੋਗਾਂਗੇ ਜ਼ਰੂਰ। ਮਹਾਂਪੁਰਸ਼ਾਂ ਦੇ ਬਚਨ ਹੋਏ ਆ, ਗੁਰੂ ਨਾਨਕ ਪਾਤਸ਼ਾਹ ਦੇ ਪੂਰੇ ਸਿੱਖ ਦਾ ਬਚਨ ਹੋਇਆ ਹੈ। ਇਤਨੇ ਮੈਂ ਸੁਧ ਸੁਣ ਸੁਲਹੀ ਕੋ ਆਗਮਨ। ਇਧਰ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਚਾਰਿਆ ਤੇ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਇਹ ਵੀ ਜਾਣਗੇ ਵੀ ਸੁਲਹੀ ਜਿਹੜਾ ਨਾ ਜਹਾਂਗੀਰ ਦਾ ਫੌਜਦਾਰ ਜਰਨੈਲ, ਜਿਹੜਾ ਪ੍ਰਿਥੀ ਚੰਦ ਦਾ ਬੜਾ ਮਿੱਤਰ ਹੈ, ਸਾਡੇ ਵੱਡੇ ਭਰਾ ਦਾ, ਤੇ ਮਹਾਰਾਜ ਜਾਣਗੇ ਵੀ ਉਹ ਵੀ ਚੜ੍ਹ ਕੇ ਇੱਧਰ ਆ ਰਿਹਾ, ਕਿਉਂਕਿ ਪ੍ਰਿਥੀ ਚੰਦ ਚਿੱਠੀਆਂ ਪਾ ਰਿਹਾ ਸੀ ਬੜੇ ਸਮੇਂ ਤੋਂ ਵੀ ਅੰਮ੍ਰਿਤਸਰ ਸਾਹਿਬ ਹਮਲਾ ਕਰੇ। ਪ੍ਰਿਥੀ ਚੰਦ ਦੀਆਂ ਚਿੱਠੀਆਂ ਪੜ੍ਹ ਕੇ ਤੇ ਇਹ ਉਹਦੀ ਸਹਾਇਤਾ ਕਰਨ ਵਾਸਤੇ ਸੁਲਹੀ ਅੰਮ੍ਰਿਤਸਰ ਸਾਹਿਬ ਚੜ੍ਹ ਕੇ ਆ ਰਿਹਾ ਹੈ। ਸੱਚੇ ਪਾਤਸ਼ਾਹ ਜੀ ਜਾਣ ਗਏ ਹਨ। ਬਾਹਣੀ ਸਹੰਸਰ ਪੰਚ ਸੰਗ ਪਟ ਪਾਰ ਕੀ। ਤੇ ਜਿਹਦੇ ਨਾਲ ਬੜੇ ਵੱਡੇ ਵੱਡੇ ਸੂਰਮੇ ਆ ਤੇ 5000 ਫੌਜ ਜਿਹੜੀ ਹੈ ਨਾ ਉਹ ਸੁਲਹੀ ਆਪਦੇ ਨਾਲ ਲੈ ਕੇ ਆ ਰਿਹਾ ਹੈ। ਪ੍ਰਿਥੀਆ ਕੋ ਮੀਤ ਤਾਂ ਪੈ ਪਤਰਿਕਾ ਪਠਾਏ ਨੀਤ। ਤੇ ਬਾਕੀ ਸਾਡੇ ਵੱਡੇ ਭਰਾ ਪ੍ਰਿਥੀ ਚੰਦ ਦਾ ਮਿੱਤਰ ਹੈ, ਆਪ ਪ੍ਰਿਥੀ ਚੰਦ ਦੀ ਸਹਾਇਤਾ ਤੇ ਰਿਹਾ ਉਹਨੂੰ ਗੁਰਤਾ ਗੱਦੀ ਤੇ ਬਿਠਾਉਣ ਵਾਸਤੇ। ਤੇ ਬਾਕੀ ਭਾਈਓ ਮਹਾਰਾਜ ਜਾਣਦੇ ਆ ਨਾ ਵੀ ਪ੍ਰਿਥੀ ਚੰਦ ਦਾ ਮਿੱਤਰ ਵੀ ਆ, ਪ੍ਰਿਥੀ ਚੰਦ ਦੀ ਸਹਾਇਤਾ ਤੇ ਆ ਰਿਹਾ, ਕਿਉਂਕਿ ਪ੍ਰਿਥੀਆ ਬੜੇ ਸਮੇਂ ਤੋਂ ਚਿੱਠੀਆਂ ਲਿਖ ਰਿਹਾ ਹੈ ਸੀ। ਹਮ ਕੋ ਅਨੀਤ ਭਈ ਰੀਤ ਨਾ ਗਹੀਰ ਕੀ। ਤੇ ਸਾਡੇ ਇਹ ਪ੍ਰਿਥੀ ਚੰਦ ਚਿੱਠੀਆਂ ਜੋ ਲਿਖ ਰਿਹਾ ਸੀ ਵੀ ਮੇਰੇ ਨਾਲ ਅਨੀਤੀ ਹੋਈ ਹੈ, ਚੰਗਾ ਨਹੀਂ ਹੋਇਆ ਹੈ। ਵੱਡੇ ਭਰਾ ਮੈਂ, ਵੱਡਾ ਪੁੱਤਰ ਗੁਰੂ ਰਾਮਦਾਸ ਮਹਾਰਾਜ ਦਾ, ਪਰ ਮੇਰੀ ਥਾਵੇਂ ਛੋਟੇ ਨੂੰ ਬਿਠਾ ਦਿੱਤਾ ਗੁਰਿਆਈ ਤੇ। ਜੇਠੋ ਮੈਂ ਸੋ ਬੈਠੋ ਰਹਿਓ ਲਾਗਨੇ ਇਕੱਠੋ ਧਨ। ਪ੍ਰਿਥੀ ਚੰਦ ਚਿੱਠੀਆਂ ਲਿਖ ਲਿਖ ਕੇ ਭੇਜਦਾ ਸੀ ਦਿੱਲੀ ਦਰਬਾਰ ਨੂੰ ਸੁਲਹੀ ਆਪਦੇ ਮਿੱਤਰ ਦੇ ਪਾਸ ਵੀ ਮੈਂ ਵੱਡਾ ਰਹਿ ਗਿਆ ਗੁਰਿਆਈ ਤੇ ਬੈਠਣੋਂ, ਤੇ ਛੋਟੇ ਭਰਾ ਗੁਰੂ ਅਰਜਨ ਦੇਵ ਸਭ ਕੁਝ ਲੈ ਗਏ, ਧਨ ਇਕੱਠਾ ਕਰ ਗਏ ਹਨ। ਲੀਣ ਗੁਰਿਆਈ ਨਾ ਸਹਾਇ ਤੋਹੇ ਵੀਰ ਕੀ। ਤੇ ਇਹ ਲਿਖਦੇ ਸੀ ਪ੍ਰਿਥੀ ਚੰਦ ਵਰਗੇ ਵੀ ਗੁਰਿਆਈ ਲੈ ਗਏ ਹੈ, ਤੇ ਹੇ ਸੁਲਹੀ ਤੂੰ ਐਡਾ ਮੇਰਾ ਸੂਰਮਾ ਮਿੱਤਰ ਹੋਵੇਂ, ਪਰ ਤੇਰੀ ਸਹਾਇਤਾ ਮੇਰੇ ਕਿਸੇ ਕੰਮ ਤੇਰਾ ਬਲ, ਤੇ ਤੂੰ ਐਡਾ ਜਰਨੈਲ ਫੌਜਦਾਰ ਹੈ ਦਿੱਲੀ ਵਿੱਚ ਦਰਬਾਰ ਵਿੱਚ, ਤੇ ਸਰਕਾਰੇ ਦਰਬਾਰੇ ਤੇਰੀ ਚੱਲਦੀ ਹੈ, ਮੇਰਾ ਐਡਾ ਮਿੱਤਰ ਹੋਣ ਦੇ ਬਾਵਜੂਦ ਵੀ ਤੂੰ ਮੇਰੇ ਕਿਸੇ ਕੰਮ ਨਾ ਆ ਸਕਿਆ। ਐਸੇ ਸੁਣ ਆਇਓ ਸੰਗ ਅਧਿਕ ਸਮਾਜ ਲਿਆਇਓ। ਇਹ ਚਿੱਠੀਆਂ ਪੜ੍ਹ ਪੜ੍ਹ ਕੇ ਨਾ ਪ੍ਰਿਥੀ ਚੰਦ ਦੀਆਂ ਸੁਣ ਕੇ ਪੜ੍ਹ ਕੇ ਜਿਹੜਾ ਸੁਲਹੀ ਹੈ 5000 ਫੌਜ ਲੈ ਕੇ ਨਾਲ
ਤੇ ਲਾਮੋ ਲਸ਼ਕਰ ਹਥਿਆਰ ਲੈ ਕੇ ਤਿਆਰ ਬਰ ਤਿਆਰ ਹੋ ਕਰਕੇ ਅੰਮ੍ਰਿਤਸਰ ਸਾਹਿਬ ਨੂੰ ਤੁਰਿਆ ਹੈ। ਜਿਨ ਕੇ ਨਰੀਤ ਲੀਨ ਆਗਿਆ ਜਹਾਂਗੀਰ ਕੀ। ਤੇ ਝੂਠ ਸੱਚ ਬੋਲ ਕੇ ਨਾ ਇਹਨੇ ਵੀ ਮੈਂ ਕਿਸੇ ਮੁਹਿੰਮ ਤੇ ਜਾ ਰਹੇ ਹਾਂ, ਇਹ ਸੁਲਹੀ ਨੇ, ਤੇ ਜਹਾਂਗੀਰ ਤੋਂ ਆਗਿਆ ਲੈ ਲਈ ਸੀ। ਅਜੇ ਨਹੀਂ ਸੀ ਜਹਾਂਗੀਰ ਨੇ ਚੜਾ ਕੇ ਭੇਜਿਆ ਵੀ ਜਾਓ ਅੰਮ੍ਰਿਤਸਰ ਤੇ ਚੜ੍ਹ ਕੇ ਜਾਓ, ਪਰ ਇਹ ਕਹਿੰਦਾ ਜੀ ਮੈਂ ਪੰਜਾਬ ਵਿੱਚ ਕੁਝ ਮੁਹਿੰਮਾਂ ਬਗਾਵਤ ਤੋਂ ਦਬਾਉਣ ਵਾਸਤੇ ਜਾਣੀ ਸੁਲਹੀ। ਤੇ ਸੁਲਹੀ ਇਸ ਤਰ੍ਹਾਂ ਦੇ ਟਾਲ ਮਟੋਲ ਕਰਕੇ ਜਹਾਂਗੀਰ ਤੋਂ ਆਗਿਆ ਲੈ ਕੇ 5000 ਫੌਜ ਲੈ ਆਇਆ ਹੈ। ਕੀਨ ਸੁਖ ਉਟਾਈ ਗੁਰੂ ਅਰਜਨ ਬਾਂਧ ਲਿਉ। ਤੇ ਇਹ ਮਨ ਵਿੱਚ ਵਿਚਾਰਦਾ ਸੁਲਹੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਖਟਿਆਈ ਕੀਤੀ, ਮੇਰੇ ਮਿੱਤਰ ਪ੍ਰਿਥੀ ਚੰਦ ਨੂੰ ਗੁਰਿਆਈ ਨਹੀਂ ਦਿੱਤੀ। ਉਹਨਾਂ ਦੀ ਇਹ ਖਟਿਆਈ ਜਿਹੜੀ ਨਾ ਖੋਟਾ ਕੰਮ ਜਿਹੜਾ ਕੀਤਾ ਉਹਨਾਂ ਨੇ, ਮੈਂ ਬੰਧ ਲਿਆਵਾਂਗਾ ਉਹਨਾਂ ਨੂੰ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬੰਨ੍ਹ ਕੇ ਲੈ ਆਵਾਂਗਾ ਤੇ ਰਾਮਦਾਸਪੁਰ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਸਾਰਾ ਲੁੱਟ ਲਵਾਂਗਾ। ਇਹ ਮਨ ਵਿੱਚ ਖਟਿਆਈ ਰੱਖਦਾ ਹੈ ਜਿਹੜਾ ਸੁਲਹੀ ਹੈ। ਰਾਮਦਾਸ ਪੂਰਾ ਲੂਟ ਦਿਓ ਮੈਂ ਸਜਾਏ ਕੋ। ਤੇ ਰਾਮਦਾਸਪੁਰ ਭਾਵ ਅੰਮ੍ਰਿਤਸਰ ਸਾਹਿਬ ਮੈਂ ਲੁੱਟਾਂਗਾ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸੰਗੀ ਸਾਥੀ ਜਿਹੜੇ ਸਿੱਖ ਹਮਾਇਤੀ ਆ ਸਭ ਨੂੰ ਬੰਨ ਬੰਨ ਕੇ ਸਜ਼ਾ ਦੇਵਾਂਗਾ। ਮੀਤ ਪਾਰ ਕਰ ਉਪਕਾਰ ਕੋ ਸਿਦਾਰ ਕਰ। ਤੇ ਆਪਦੇ ਮਿੱਤਰ ਪ੍ਰਿਥੀ ਚੰਦ ਤੇ ਮੇਰੇ ਦੋਸਤ ਤੇ ਮੈਂ ਬੜਾ ਪਰਉਪਕਾਰ ਕਰਾਂਗਾ। ਪ੍ਰਿਥੀ ਚੰਦ ਨੂੰ ਮੈਂ ਗੁਰਿਆਈ ਤੇ ਬਿਠਾਵਾਂਗਾ, ਉਹਦਾ ਸਾਰਾ ਕਾਰਜ ਸਿੱਧ ਕਰਾਂਗਾ। ਆਇਓ ਰੇ ਸੁਧਾਰ ਕਹਿ ਲੈ ਆਨੀ ਸਮੁਦਾਇ ਕੋ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਗੁੱਸਾ ਮਨ ਵਿੱਚ ਧਾਰ ਕੇ ਪ੍ਰਿਥੀ ਚੰਦ ਦੀ ਸਹਾਇਤਾ ਤੇ ਮਦਦ ਤੇ ਇਹ ਸੁਲਹੀ ਦਿੱਲੀਓਂ 5000 ਫੌਜ ਲੈ ਕੇ ਅੰਮ੍ਰਿਤਸਰ ਮਹਾਰਾਜ ਦੇ ਘਰ ਨੂੰ ਚੜ੍ਹਿਆ ਹੈ। ਸਾਰੋ ਭੇਵ ਸੁਣਿਓ ਗੁਰਦੇਵ ਸਮੁ ਜਾਣ ਲੇਵ। ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਜਾਣ ਗਏ। ਸੱਚੇ ਪਾਤਸ਼ਾਹ ਜੀ ਸਾਰਾ ਭੇਦ ਜਾਣ ਲਿਆ ਮਹਾਰਾਜ ਨੇ ਵੀ ਜਿਹੜਾ ਇਹ ਯਮਨ ਇੱਥੇ ਤਾਂ ਆਇਆ ਹੈ। ਸੁਲਹੀ ਜਿਹੜਾ ਸੀ ਸਾਧ ਸੰਗਤ ਜੀ ਇਹ ਯੂਨਾਨ ਦਾ ਰਹਿਣ ਵਾਲਾ ਸੀ। ਇਹ ਸੁਲਹੀ ਉਧਰ ਦਾ ਵਸਨੀਕ ਜੰਮਪਲ ਸੀ ਤੇ ਫੌਜਦਾਰ ਇਹਦਾ ਸੀ ਜਹਾਂਗੀਰ ਦਾ ਉਸ ਤਰ੍ਹਾਂ, ਤੋ ਇਸ ਕਰਕੇ ਯਮਨ ਨਾਂ ਲਿਖਿਆ ਇੱਥੇ ਦਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਾਣਗੇ ਹੈ ਵੀ ਯੂਨਾਨ ਦਾ ਵਾਸੀ ਭਾਵ ਸੁਲਹੀ 5000 ਫੌਜ ਲੈ ਕੇ ਆ ਰਿਹਾ ਹੈ। ਆਏ ਅਹੰ ਮੇਵ ਜੋਤ ਜਮਨ ਕੁਦਾਏ ਸੋ। ਹਾਂ, ਜਿਹੜਾ ਇਹ ਯਮਨ ਦਾ ਪਲ ਜੰਮਪਲ ਹੈ ਨਾ, ਬੜੀ ਫੌਜ ਲੈ ਕੇ 5000 ਤੇ ਬੜੇ ਹੰਕਾਰ ਨਾਲ ਇੱਧਰ ਆ ਰਿਹਾ ਹੈ। ਹੋਏ ਫਲ ਸਰਾਪ ਕੋ ਆਵਾਸਤ ਜੈ ਤਜੈ ਆਪ ਕੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰਦੇ ਹੈ ਵੀ ਬਾਕੀ ਹੁਣ ਉਹ ਫੌਜ ਵੀ ਚੜ੍ਹ ਕੇ ਆ ਰਹੀ ਹੈ ਤੇ ਉਧਰੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਾਨੂੰ ਬਚਨ ਵੀ ਹੋ ਗਿਆ ਸੀ ਪਿੱਛੇ ਜੇ। ਸਾਨੂੰ ਪਿੱਛੇ ਜੇ ਬਾਬਾ ਬੁੱਢਾ ਸਾਹਿਬ ਜੀ ਦਾ ਮਾਤਾ ਗੰਗਾ ਜੀ ਨੂੰ ਬਚਨ ਜਿਵੇਂ ਹੋਇਆ ਸਰਾਫ ਦਾ ਵੀ ਅੰਮ੍ਰਿਤਸਰ ਵਾਲੇ ਕਿੱਧਰ ਆਏ ਫਿਰਦੇ ਆ, ਭਾਜੜ ਦਾ ਬਚਨ ਵੀ ਮਹਾਰਾਜ ਕਹਿੰਦੇ ਹੁਣ ਪੂਰਾ ਕਰ ਹੀ ਦਈਏ ਵੀ ਇੱਕ ਪਾਸੇ ਸੁਲਹੀ ਚੜ੍ਹ ਕੇ ਆਇਆ, ਦੂਜੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਹੋਇਆ ਹੈ। ਸਮੇਤ ਹਵੈ ਸੰਤਾਪ ਪਰ ਭਾਜਰ ਸਥਾਏ ਸੋ। ਤੋ ਇਹ ਸੰਤਾਪ ਦਾ ਜਿਹੜਾ ਬਚਨ ਹੈ ਨਾ ਉਹ ਸਾਡੇ ਸਮੇਤ ਹੋਰਾਂ ਨੂੰ ਵੀ ਸੰਤਾਪ ਹੋਊਗਾ ਐਵੇਂ ਵੀ ਮਹਾਰਾਜ ਵਿਚਾਰਦੇ ਆ ਨਾ ਵੀ ਕਿਉਂਕਿ ਸੱਚੇ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਹਨ, ਇਹਦੇ ਵਿੱਚ ਭੈ ਨਹੀਂ ਮਹਾਰਾਜ ਨੂੰ ਇਸ ਮੁਗਲ ਦਰਬਾਰ ਦਾ ਕੋਈ, ਪਰ ਹਜ਼ੂਰ ਚਾਹੁੰਦੇ ਆ ਵੀ ਸ਼ਾਂਤੀ ਬਣੀ ਰਵੇ। ਜਿਹੜਾ ਖਾਲਸਾ ਜੀ ਇਨਸਾਫ ਪਸੰਦ ਮਨੁੱਖ ਹੁੰਦਾ ਉਹ ਸ਼ਾਂਤੀ ਰੱਖਣ ਦਾ ਹਰ ਹੀਲਾ ਕਰਦਾ, ਪਰ ਕਈ ਵਾਰੀ ਉਹਦੀ ਨਿਮਰਤਾ ਨੂੰ ਜਦੋਂ ਕੋਈ ਫਿਰ ਬੁਜ਼ਦਲੀ ਜਾਣਦਾ ਨਾ, ਫਿਰ ਉਹ ਜਿਹੜਾ ਫਿਰ ਹੱਕ ਬਣਦਾ ਹੈ, ਜਿਹੜਾ ਉਹਦਾ ਬਲ ਪੈਂਦਾ ਫਿਰ ਉਹ ਕਰਦਾ ਵੀ ਹੈ। ਸ਼ਹਾਦਤ ਦੇਣ ਤੱਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਸ਼ਾਂਤੀ ਰੱਖੀ ਵੀ ਚਲੋ ਸਾਡੇ ਵੱਲੋਂ ਕੋਈ ਗੱਲ ਨਾ ਰਹੇ। ਸ਼ਾਂਤੀ ਦੇ ਪੁੰਜ ਖਵਾਉਂਦੇ ਆ ਸੱਚੇ ਪਾਤਸ਼ਾਹ ਤੇ ਸ਼ਾਂਤੀ ਦੇ ਪੁੰਜ ਬਣ ਕੇ ਵੀ ਵਿਖਾਇਆ। ਤਤੀ ਤਵੀ ਤੇ ਬਹਿ ਕੇ ਵੀ ਸ਼ਾਂਤੀ ਰੱਖੀ ਹਜ਼ੂਰ ਨੇ, ਪਰ ਜਦੋਂ ਤਤੀ ਤਵੀ ਤੇ ਬਹਿ ਕੇ ਤੇ ਇਹ ਸ਼ੀਸ਼ ਵਿੱਚ ਰੇਤਾ ਪਾਇਆ ਮਹਾਰਾਜ ਦੇ ਤੋ ਤਤੀ ਤਵੀ ਤੇ ਸ਼ਹੀਦ ਕੀਤਾ ਹਜ਼ੂਰ ਨੂੰ। ਫਿਰ ਮਹਾਰਾਜ ਨੇ ਬਾਬਾ ਬਿਧੀ ਚੰਦ ਦੇ ਹੱਥ ਸੁਨੇਹਾ ਭੇਜਿਆ ਸੀ ਵੀ ਸਾਡੇ ਸਾਹਿਬਜ਼ਾਦੇ ਨੂੰ ਆਖਣਾ ਹੁਣ ਕੱਲੀ ਮਾਲਾ ਨਾ ਫੜੇ, ਨਾਲ ਸ਼ਸਤਰ ਵੀ ਪਹਿਨੇ ਤੇ ਗੱਦੀ ਛੱਡ ਕੇ ਤਖਤ ਲਾਵੇ ਤੇ ਇਹ ਜ਼ੁਲਮੀ ਦਰਬਾਰ ਦੀ ਇੱਟ ਨਾਲ ਇੱਟ ਖੜਕਾਵੇ। ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਸਨ। ਸਾਹਿਬਜ਼ਾਦਾ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਤੋ ਰਹੋ ਵਿਚਾਰ ਇੱਥੇ ਇਹ ਨਹੀਂ ਜਾਣਨਾ ਕਿ ਮਹਾਰਾਜ ਡਰਦੇ ਹੈ, ਹਜ਼ੂਰ ਟਾਲਾ ਕਰ ਰਹੇ ਵੀ ਕਿਸੇ ਤਰ੍ਹਾਂ ਝਗੜਾ ਨਾ ਵਧੇ, ਵੀ ਪ੍ਰਿਥੀ ਚੰਦ ਭਰਾ ਹੀ ਹੈ ਸਾਡਾ, ਖਰੇ ਸਮਝ ਜਾਵੇ।
ਫੌਜ ਮੂਰਖ ਪੁਣੇ ਵਿੱਚ ਗੱਦੀ ਦੇ ਲਾਲਚ ਨੂੰ ਚੜਾ ਕੇ ਲੈ ਆਇਆ ਤੇ ਨੁਕਸਾਨ ਕਿਹਦਾ ਹੋਣਾ? ਜੇ ਲੁੱਟਣਗੇ ਤੇ ਗੁਰੂ ਕਾ ਹੀ ਹੈ, ਜੇ ਮਾਰਨਗੇ ਸਿੱਖਾਂ ਨੂੰ ਤੇ ਉਹ ਵੀ ਗੁਰੂ ਕੇ ਹੀ ਹੈ। ਵੀ ਪ੍ਰਿਥੀ ਚੰਦ ਤਾਂ ਘੱਟ ਬੁੱਧ ਵਾਲਾ ਹੈ, ਮੰਦ ਬੁੱਧ ਹੈ, ਪਰ ਸੱਚੇ ਪਾਤਸ਼ਾਹ ਜੀ ਵਿਚਾਰਦੇ ਹੈ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਵੀ ਚਲੋ ਬਾਬਾ ਬੁੱਢਾ ਸਾਹਿਬ ਜੀ ਦੇ ਸਰਾਫ ਦਾ ਬਚਨ ਵੀ ਨਾਲ ਪੂਰਾ ਹੋ ਜਾਵੇਗਾ ਤੇ ਘਰ ਛੱਡ ਦਈਏ, ਅੰਮ੍ਰਿਤਸਰ ਸਾਹਿਬ ਛੱਡ ਕੇ ਪਾਸੇ ਆਸੇ ਹੋ ਜਾਈਏ। ਸਾਡੇ ਨਾਲ ਸਿੱਖ ਸੰਗਤਾਂ ਵੀ ਨੇ ਤਾਂ ਦੁਖੀ ਹੋਣਗੀਆਂ ਤੇ ਭਾਜੜ ਵਾਲਾ ਬਚਨ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦਾ ਉਹ ਥਾਂ ਪੈ ਜਾਵੇਗਾ। ਇੱਥੋਂ ਅਸੀਂ ਚਲੇ ਜਾਈਏ, ਨਾਲੇ ਭਾਜੜ ਵਾਲਾ ਬਚਨ ਸਫਲ ਹੋ ਜਾਵੇਗਾ। ਘਰ ਕੋ ਸਮਾਜ ਲਾਦ ਨਰਨ ਵਿਸਾਦ ਭਇਓ। ਤੋ ਇਸ ਤਰ੍ਹਾਂ ਮਹਾਰਾਜ ਨੇ ਸਾਰਾ ਘਰ ਦਾ ਸਮਾਨ ਲਦਵਾ ਲਿਆ ਗੱਡਿਆਂ ਤੇ, ਨਾਲ ਬਹੁਤ ਸਾਰੇ ਸਿੱਖ ਜਿਹੜੇ ਨਾ ਮਹਾਰਾਜ ਨੂੰ ਪ੍ਰੇਮ ਕਰਨ ਵਾਲੇ ਉਹ ਵੀ ਤੁਰ ਪਏ ਹੈ। ਉਹਨਾਂ ਵੀ ਸਭ ਜਿਹੜਾ ਵਾ ਸਮਾਨ ਲੱਦ ਲੈਣਾ ਕੀਤਾ ਹੈ। ਚੱਲੇ ਗੁਰੂ ਅਰਜਨ ਤਰਾਸ ਤਾਰ ਸੈਨ ਕੋ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਚੱਲੇ ਆ। ਇਹਦਾ ਅਨਵੇ ਕਰਕੇ ਅਰਥ ਕਰਨਾ ਨਹੀਂ ਤਾਂ ਅਨਰਥ ਹੋਵੇਗਾ। ਇਹਦਾ ਅਰਥ ਹੈ ਘਰ ਕੋ ਸਮਾਜ ਲਾਦ ਚੱਲੇ ਗੁਰੂ ਅਰਜਨ। ਘਰ ਦਾ ਸਾਰਾ ਸਾਜੋ ਸਮਾਨ ਲੱਦ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਚੱਲੇ ਹੈ। ਤੋ ਤਰਾਸ ਧਰ ਸੈਨ ਕੋ ਨਰਨ ਵਿਸਾਦ ਭਇਓ। ਸੈਨਾ ਦਾ ਡਰ ਜਿਹੜਾ ਨਾ ਸਿੱਖਾਂ ਨੇ ਭੈ ਮੰਨਿਆ ਮਨ ਵਿੱਚ, ਤੇ ਸਿੱਖਾਂ ਨੇ ਬਹੁਤ ਦੁੱਖ ਕੀਤਾ ਵੀ ਸਾਡੇ ਪਰਿਵਾਰਾਂ ਦਾ ਇਹ ਫੌਜ ਜਿਹੜੀ ਪ੍ਰਿਥੀ ਚੰਦ ਦੀ ਬੁਲਾਈ ਸੁਲਹੀ ਦੀ ਫੌਜ ਸਾਡਾ ਨੁਕਸਾਨ ਕਰੇਗੀ। ਡਰ ਕੇ ਜਿਹੜੇ ਗਰੀਬ ਸਿੱਖ ਹੈ ਜਾਂ ਹੋਰ ਰਹਿਣ ਵਾਲੇ ਪਰਿਵਾਰਾਂ ਵਾਲੇ ਸਿੱਖ ਜਿਹੜੇ ਹੈ ਉਹਨਾਂ ਨੇ ਭੈ ਮੰਨ ਕੇ ਫੌਜ ਦਾ ਤੇ ਮਹਾਰਾਜ ਦੇ ਨਾਲ ਜਾਣ ਦਾ ਫੈਸਲਾ ਕੀਤਾ। ਸਮਾਨ ਲੱਦ ਲਏ ਹੈ। ਨਗਰ ਕੇ ਸੰਗ ਨਾਰ ਚੱਲੇ ਹੈ ਦੁਖਤ ਔਰ। ਤੇ ਬੜੇ ਹਿਰਦੇ ਵਿੱਚ ਦੁਖੀ ਹੋ ਕੇ ਘਰ ਛੱਡ ਕੇ ਨਗਰ ਦੇ ਹੋਰ ਵੀ ਲੋਕ ਚੱਲੇ ਆ, ਕਿਉਂਕਿ ਦੁੱਖ ਇਸ ਗੱਲ ਦਾ ਵੀ ਪ੍ਰਿਥੀ ਚੰਦ ਨੇ ਸਾਰਾ ਕਾਰਾ ਕਰਵਾਇਆ। ਚਲ ਉਸ ਤਰ੍ਹਾਂ ਦੁਸ਼ਮਣ ਦੀ ਫੌਜ ਚੜ੍ਹ ਕੇ ਆਉਂਦੀ ਕੋਈ ਗੱਲ ਨਹੀਂ, ਪਰ ਸਤਿਗੁਰਾਂ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜਿਨ੍ਹਾਂ ਨੂੰ ਸਾਰੇ ਸੀਸ ਝੁਕਾਉਂਦੇ ਆ, ਸਭ ਸਤਿਕਾਰ ਕਰਦੇ, ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ ਹੋਣ ਦੇ ਨਾਂ 'ਤੇ ਵੀ ਇਹਨਾਂ ਕੀ ਖਟਿਆਈ ਕੀਤੀ। ਦਿੱਲੀ ਦਰਬਾਰੋਂ ਫੌਜ ਚੜ੍ਹਾ ਕੇ ਲਿਆਂਦੀ ਹੈ, ਚਿੱਠੀਆਂ ਪਾ ਕੇ ਮੰਗਵਾਈ। ਸਿੱਖ ਜਾਣਦੇ ਸੀ ਵੀ ਸੁਲਹੀ ਦਾ ਮਿੱਤਰ ਪ੍ਰਿਥੀ ਚੰਦ ਹੈ, ਦੁਖੀ ਇਸ ਲਈ ਹੁੰਦੇ ਆ। ਪ੍ਰਿਥੀਏ ਕੋ ਗਾਰੋ ਦੇਤ ਸੁਨੇ ਕਰਵੈਨ ਕੋ। ਤੇ ਘਰ ਛੱਡ ਕੇ ਜਾਂਦੇ ਸਾਰੀਆਂ ਸਿੱਖ ਸੰਗਤਾਂ ਪ੍ਰਿਥੀ ਚੰਦ ਨੂੰ ਗਾਲਾਂ ਦਿੰਦੇ ਜਾਂਦੇ ਆ, ਉਹ ਤੇਰਾ ਬੇੜਾ ਬਹਿ ਜਾਵੇ, ਤੂੰ ਇਹ ਕੀ ਕੀਤਾ ਵੈ? ਧੰਨ ਗੁਰੂ ਰਾਮਦਾਸ ਮਹਾਰਾਜ ਦਾ ਖੂਨ ਹੁੰਦਿਆਂ ਹੋਇਆਂ ਵੀ ਤੂੰ ਮੁਗਲਾਂ ਦੀ ਜਿਹੜੀ ਵਾ ਚੱਕੀਆਂ ਪੀਣਾ ਚੱਪਲਾਂ ਝਾੜਦਾ, ਵੀ ਤੈਨੂੰ ਸੋਭਾ ਨਹੀਂ ਦਿੰਦਾ। ਗੁਰੂ ਘਰ ਤੇ ਤੂੰ ਫੌਜ ਸੱਦੀ ਆ, ਚਿੱਠੀਆਂ ਪਾਈਆਂ। ਇਹ ਸਭ ਸਿੱਖ ਜਾਂਦੇ ਹੋਏ ਤੇ ਇਹ ਬਚਨ ਕਰਦੇ ਜਾ ਰਹੇ ਐ। ਗ੍ਰਾਮ ਹੈ ਵਡਾਲੀ ਤਾਂ ਜਾਏ ਕੈ ਪ੍ਰਵੇਸ਼ ਭਏ। ਤੇ ਅੰਮ੍ਰਿਤਸਰ ਸਾਹਿਬ ਤੋਂ ਸਾਥ ਦੀ ਇਸੇ ਰੋਡ ਤੇ ਜਿਹੜਾ ਝਬਾਲ ਰੋਡ ਆਉਂਦਾ, ਇਹ ਇੱਧਰ ਬਾਸਰ ਕੇ ਥਾਣੀ ਆਉਂਦਾ, ਅੱਗੇ ਜਾ ਕੇ ਵੱਡੇ ਹਾਈਵੇ ਤੇ ਚੜ੍ਹਦਾ। ਹੁਣ ਇੱਥੋਂ ਝਬਾਲ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਸਥਾਨ ਇਹਦੇ ਮਗਰ ਦੀ ਲੰਘਦਾ ਰੋਡ ਅੱਗੇ ਜਾ ਕੇ ਜਾਂਦਾ ਹੈ। ਬਾਸਰ ਕੇ ਨਗਰ ਆਉਂਦਾ ਗੁਰੂ ਅਮਰਦਾਸ ਮਹਾਰਾਜ ਦਾ ਘਰ ਜਿੱਥੇ ਹੈ, ਤੇ ਇਹ ਬਾਸਰਕੇ ਤੋਂ ਅੱਗੇ ਵਡਾਲੀ ਨਗਰ ਹੈ। ਇੱਧਰ ਦੀ ਜਾਈਏ ਉਧਰੋਂ ਇਹ ਅੱਗੇ ਜਾ ਕੇ ਅੰਮ੍ਰਿਤਸਰ ਸਾਹਿਬ ਜਿਹੜਾ ਵੱਡਾ ਰੋਡ ਉਹਦੇ ਤੇ ਚੜ੍ਹ ਜਾਂਦੀ ਸੜਕ, ਭਾਵ ਵੀ ਲਾਗੇ ਹੀ ਸੀ ਵਡਾਲੀ ਨਗਰ। ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਵਡਾਲੀ ਨਗਰ ਹੈ ਇੱਥੇ ਲਾਗੇ ਅੰਮ੍ਰਿਤਸਰ ਸਾਹਿਬ ਦੇ, ਉੱਥੇ ਜਾਣ ਦਾ ਨਿਰਣਾ ਕੀਤਾ ਹੈ। ਬਸੇ ਹੈ ਅਸ਼ੇਸ਼ ਕੀਨ ਸੈਨ ਜਾਏ ਰਹਿਨ ਕੋ। ਤੋ ਜਾ ਕੇ ਪ੍ਰਵੇਸ਼ ਕੀਤੇ ਵਡਾਲੀ ਨਗਰ ਵਿੱਚ ਸਮੇਤ ਸੰਗਤਾਂ ਸਤਿਗੁਰੂ ਪਰਿਵਾਰ ਨਾਲ ਤੇ ਸੱਚੇ ਪਾਤਸ਼ਾਹ ਨਾਲ ਸਾਰੀਆਂ ਸੰਗਤਾਂ ਹਨ। ਰਾਤ ਇੱਥੇ ਵਡਾਲੀ ਆਣ ਕੇ ਕੱਟੀ, ਆਰਾਮ ਕੀਤਾ ਹੈ। ਗੁਰੂ ਗੁਣ ਗਾਵੇ ਸਤ ਨਾਮ ਸਭ ਧਿਆਵੈ। ਤੇ ਸੱਚੇ ਪਾਤਸ਼ਾਹ ਜੀ ਹੁਣ ਗਏ ਐ, ਤੋ ਮਗਰੇ ਹੀ ਸਭ ਸੰਗਤਾਂ ਨੇ ਤੇ ਉੱਥੇ ਹੀ ਦੀਵਾਨ ਸਜਣੇ ਸ਼ੁਰੂ ਹੋ ਗਏ, ਰੌਣਕਾਂ ਬਣ ਗਈਆਂ। ਵਡਾਲੀ ਨੂੰ ਭਾਗ ਲਾਤੇ ਮਹਾਰਾਜ ਨੇ। ਹਜ਼ੂਰ ਦੇ ਇਰਦ ਗਿਰਦ ਬੈਠੀਆਂ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਗਾਉਂਦੀਆਂ, ਪਰਮੇਸ਼ਰ ਦੇ ਗੁਣ ਗਾਉਂਦੀਆਂ। ਕੋਈ ਬਾਣੀ ਪੜ੍ਹਦਾ, ਕੋਈ ਕੀਰਤਨ ਕਰਦਾ, ਕੋਈ ਸੁਣਦਾ। ਵਾਹਿਗੁਰੂ 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 ਦੀਆਂ ਆਵਾਜ਼ਾਂ ਵਡਾਲੀ ਨਗਰ 'ਚੋਂ ਆਉਂਦੀਆਂ। ਜੰਗਲ ਵਿੱਚ ਮੰਗਲ ਲਾ ਦਿੱਤੇ ਸਤਿਗੁਰਾਂ ਨੇ। ਸਿੱਖ ਸੰਗ ਸੁਖ ਪਾਵੈ ਜਾਂ ਅਲਾਵੈ ਹਮੈ ਪੈਨਾ ਕੋ। ਤੋ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਬੜਾ ਸੁਖੀ ਮਹਿਸੂਸ ਕਰਦੇ ਆਪਦੇ ਆਪ ਨੂੰ, ਤੇ ਨਾਲੇ ਕਹਿੰਦੇ ਆ ਵੀ ਸਾਨੂੰ ਇਸ ਸੁਲਹੀ ਦਾ ਕੋਈ ਭੈ ਨਹੀਂ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਡੇ ਸਿਰ ਤੇ ਹੈ, ਜਿਹਦਾ ਹੱਥ ਉਤਲੇ ਨੇ ਫੜਿਆ ਹੈ।
ਉਹ ਥੱਲੇ ਵਾਲਿਆਂ ਦਾ ਕੋਈ ਭੈ ਉਹਨੂੰ ਨਹੀਂ ਹੈ। ਸੁਲਹੀ ਜਮਨ ਆਇਓ ਪ੍ਰਿਥੀਏ ਨੇ ਸੁਨ ਪਾਇਓ। ਤੇ ਸੇ ਇਧਰ ਜਿਹੜਾ ਵੈ ਪ੍ਰਿਥੀ ਚੰਦ ਅੰਮ੍ਰਿਤਸਰ ਸਾਹਿਬ ਹੀ ਹੈ ਨਾ ਰਹਿੰਦਾ, ਇਹਨੂੰ ਪਤਾ ਲੱਗਿਆ ਹੈ ਵੀ ਮੇਰਾ ਮਿੱਤਰ ਸੁਲਹੀ ਚੜ੍ਹ ਕੇ ਆ ਗਿਆ, ਮੇਰੀ ਚਿੱਠੀਆਂ ਦਾ ਉਹਨੂੰ ਪਤਾ ਲੱਗਿਆ ਤੇ ਮੇਰੀ ਸਹਾਇਤਾ ਵਾਸਤੇ ਆਇਆ ਹੈ। ਸੰਗ ਚਮੂ ਲਿਆਇਓ ਪਇਓ ਹੇਤ ਮੇਰੇ ਆਵਨ। ਤੇ ਐ ਲੈ ਕੇ ਆਇਆ ਤੇ ਖੁਸ਼ ਹੋਇਆ ਵੀ ਮੇਰੇ ਵਾਸਤੇ ਆਇਆ। 5000 ਫੌਜ ਲੈ ਕੇ ਪ੍ਰਿਥੀ ਚੰਦ ਕਹਿੰਦਾ ਮੇਰੀ ਸਹਾਇਤਾ ਵਾਸਤੇ ਸੁਲਹੀ ਆਇਆ ਹੈ। ਛਤਰ ਹੈ ਸਹੋਦਰ ਸੋ ਤਿਆਗ ਗਇਓ ਕਰ ਅਬ। ਪਰ ਫਿਰ ਮਨ ਚ ਵਿਚਾਰ ਆ ਵੀ ਜਿਹਦੇ ਵਾਸਤੇ ਆਇਆ ਦੁਸ਼ਮਣ ਮੇਰਾ ਤਾਂ ਅਰਜੁਨ ਦੇਵ ਹੈ, ਛੋਟਾ ਭਰਾ, ਤੇ ਉਹ ਤਾਂ ਹੁਣ ਘਰ ਟਿੰਡਾ ਪਾਂਡਾ ਬੰਨ ਕੇ ਸਭ ਕੁਝ ਤੇ ਇੱਥੋਂ ਚਲੇ ਗਏ। ਉਹ ਤਾਂ ਘਰ ਛੱਡ ਗਏ ਆ, ਪਿੰਡ ਨਗਰ ਛੱਡ ਗਏ ਹਨ। ਜਾਏ ਮੇਲਾ ਆਗੇ ਕਰਾਂ ਤੇ ਸਹਿਰ ਖਾਵਨ। ਤੇ ਹੁਣ ਤਾਂ ਜੇ ਫਿਰ ਪ੍ਰਿਥੀ ਚੰਦ ਸਾਧ ਸੰਗਤ ਜੀ ਨੀਤੀਵਾਨ ਬਹੁਤ ਤੇਜ਼ ਤਰਾਰ ਮਨੁੱਖ ਸੀਗਾ, ਤੇ ਵਿਚਾਰ ਕੀਤੀ ਵੀ ਜੇ ਫੌਜ ਇੱਥੇ ਆਊਗੀ ਅੰਮ੍ਰਿਤਸਰ ਸਾਹਿਬ ਤੇ ਲੁੱਟਮਾਰ ਕਰੇਗੀ ਜਾਂ ਨਾ ਵੀ ਲੁੱਟਮਾਰ ਕਰੇਗੀ, ਤੇ ਸਭ ਨੂੰ ਪਤਾ ਹੈ ਵੀ ਸੁਲਹੀ ਮਿੱਤਰ ਹੈ ਪ੍ਰਿਥੀ ਚੰਦ ਦਾ। ਜੇ ਫੌਜ ਇੱਥੇ ਆਈ ਤੇ ਇਹਨੂੰ ਪਤਾ ਲੱਗ ਜਾਣਾ ਸਾਰਿਆਂ ਨੂੰ ਵੀ ਪ੍ਰਿਥੀ ਚੰਦ ਨੇ ਸੱਦਿਆ। ਤੇ ਚਾਲ ਖੇਡੀ ਵੀ ਆਪਾਂ ਕਿਉਂ ਹੁਣ, ਕਿਉਂਕਿ ਇੱਥੇ ਆਉਣ ਦਾ ਫਾਇਦਾ ਕਹਿੰਦਾ ਕੋਈ ਨਹੀਂ ਫੌਜ ਦੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਾਂ ਹੈ ਨਹੀਂ ਇੱਥੇ, ਤੇ ਹੁਣ ਤਾਂ ਮੂੰਹ ਕਾਲਾ ਹੀ ਹੋਊ ਜੇ ਫੌਜ ਆਈ। ਵਿਚਾਰ ਕੀਤੀ ਵੀ ਆਪਾਂ ਫੌਜ ਨੂੰ ਅੱਗੋਂ ਹੀ ਜਾ ਕੇ ਮਿਲ ਲਈਏ, ਸਾਰੀ ਸੁੱਖ ਸਾਂਦ ਪੁੱਛੀਏ ਤੇ ਖੁਸ਼ ਕਰ ਲਈਏ ਸੁਲਹੀ ਨੂੰ। ਆਵੇ ਰਾਮਦਾਸ ਪੁਰ ਖੇਚਲ ਕਰੈ ਗਬਹ। ਵੀ ਬਾਕੀ ਖੇਚਲ ਹੋਊਗੀ, ਉੱਥੋਂ ਰਾਮਦਾਸਪੁਰ ਵਿੱਚ ਆਉਣਗੇ, ਚਲੋ ਕੋਈ ਲੁੱਟਮਾਰ ਕਰਨਗੇ, ਬਦਨਾਮੀ ਹੋਵੇਗੀ। ਅੱਗੋਂ ਜਾ ਕੇ ਮਿਲਿਆ ਹੈ, ਮਿਲਣ ਦਾ ਨਿਰਣਾ ਕੀਤਾ ਹੈ। ਜਾਂ ਪੇ ਰੋਕੋਂ ਜਾਏ ਭਇਓ ਕਾਜ ਮਾਨ ਆਵਨ। ਮਨ ਭਾਵਨੋਂ ਪਾਠ ਹੈ ਇੱਥੇ। ਤੋ ਵਿਚਾਰ ਕੀਤੀ ਪ੍ਰਿਥੀ ਚੰਦ ਨੇ ਵੀ ਮਨ ਭਾਉਂਦਾ ਮੇਰਾ ਕੰਮ ਉਹ ਤਾਂ ਹੋ ਗਿਆ, ਵੀ ਮੈਂ ਚਾਹੁੰਦਾ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਨਾ ਰਹਿਣ, ਉਹਨਾਂ ਨੂੰ ਛਡਾਉਣਾ ਸੀ ਨਾ ਘਰ ਤਾਂ, ਤੇ ਉਹ ਮੇਰਾ ਕੰਮ ਪੂਰਾ ਹੋ ਗਿਆ। ਇਸ ਕਰਕੇ ਹੁਣ ਸੁਲਹੀ ਨੂੰ ਇੱਥੇ ਸ਼ਹਿਰ ਵਾੜਨ ਦੀ ਕੋਈ ਲੋੜ ਨਹੀਂ ਫੌਜ ਨੂੰ, ਮੈਂ ਅੱਗੋਂ ਜਾ ਕੇ ਮਿਲ ਲੈਂਦਾ, ਬਾਹਰ ਹੀ ਰੋਕ ਲੈਂਦਾ ਹਾਂ। ਕਰਿਓ ਤਬ ਜਾਵਣ ਪਦਾਰਥ ਸੁਹਾਵਣ ਲੈ। ਤੇ ਜਾਣ ਦੀ ਇੱਛਾ ਕੀਤੀ ਹੈ। ਤੁਰਿਆ ਪ੍ਰਿਥੀ ਚੰਦ ਸੋਹਣੀਆਂ ਬੇਸ਼ਕੀਮਤੀ ਵਸਤੂਆਂ ਲੈ ਕੇ ਅੱਗੋਂ ਦਰਸ਼ਨਾਂ ਦੀ ਭੇਟਾ ਜਾਂ ਖੁਸ਼ ਕਰਨ ਵਾਸਤੇ। ਹੋਏ ਗਰ ਬਾਵਣ ਵਿਸ਼ਾਲ ਚਿਤ ਚਾਵਨ। ਤੇ ਚਿੱਤ ਚ ਚਾਅ ਬਹੁਤ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਤਾਂ ਨਗਰ ਛੱਡ ਗਏ ਤੇ ਗੁਰਤਾ ਸਿੰਘਾਸਨ ਵਿਹਲਾ ਅੰਮ੍ਰਿਤਸਰ ਬਣ ਚੁੱਕਾ ਸੀ। ਹਰਿਮੰਦਰ ਸਾਹਿਬ ਸੰਗਤ ਬੜੀ ਆਉਂਦੀ, ਮੈਂ ਕਬਜ਼ਾ ਕਰ ਲੈਣਾ ਇਸ ਮਹਾਰਾਜ ਦੇ ਘਰ ਤੇ ਵੀ। ਇਸ ਕਰਕੇ ਚਾਅ ਬੜਾ ਹੈ ਪ੍ਰਿਥੀ ਚੰਦ ਨੂੰ। ਅੱਗੋਂ ਜਾ ਕੇ ਮਿਲਣ ਵਾਸਤੇ ਤੁਰਿਆ ਤੇ ਹੰਕਾਰੀ ਹੋਇਆ ਫਿਰਦਾ ਹੈ। ਮਿਲਿਓ ਜਾਏ ਆਗੇ ਦੇਖੋ ਦੋ ਅਨੁਰਾਗੇ ਮਨ। ਤੇ ਸੁਲਹੀ ਨੂੰ ਅੱਗੋਂ ਜਾ ਕੇ ਮਿਲਿਆ, ਅੰਮ੍ਰਿਤਸਰ ਸਾਹਿਬ ਨਗਰ ਦੇ ਬਾਹਰ ਜਾ ਕੇ ਮਿਲਿਆ। ਸੁਲਹੀ ਬਹੁਤ ਖੁਸ਼ ਹੋਇਆ, ਇੱਧਰ ਪ੍ਰਿਥੀ ਚੰਦ ਵੀ ਖੁਸ਼ ਹੁੰਦਾ, ਇੱਕ ਦੂਜੇ ਨੂੰ ਵੇਖ ਕੇ ਖਿੜੇ ਹਨ, ਮਨ ਖੁਸ਼ ਹੋਏ ਆ। ਗੋਰੇ ਸੰਗ ਲਾਗੇ ਪੁਨ ਬੈਠੇ ਮੁਸਕਾਏ ਕਰ। ਤੇ ਇੱਕ ਦੂਜੇ ਨੂੰ ਗਲੇ ਲਾਇਆ, ਹੱਸਦੇ ਹੋਏ ਖੁਸ਼ ਹੋਏ ਬੈਠ ਗਏ ਇਕੱਠੇ ਹੀ। ਜਾਫਤ ਕਹੇਤ ਤਨ ਦੀਨੋ ਹਿਤ ਕੀਨ ਬਾਹ। ਤੇ ਪ੍ਰਿਥੀ ਚੰਦ ਨੇ ਬੜਾ ਹਿਤ ਕੀਤਾ, ਅਦਾਏ ਦਾ ਸਵਾਗਤ ਕੀਤਾ, ਖੁਸ਼ੀ ਮਨਾਈ, ਪ੍ਰੇਮ ਕੀਤਾ ਸੁਲਹੀ ਨੂੰ। ਤੇ ਯਾਫਤ ਵਾਸਤੇ ਮਾਇਆ ਦਿੱਤੀ ਆ, ਜਿਵੇਂ ਹੁਣ ਕਹਿੰਦੇ ਨਾ ਵੀ ਆ ਪੈਸਾ ਲੈ ਲਓ ਆਪਦੇ ਯਾਰ ਮਿੱਤਰ ਨੂੰ, ਕੋ ਹੁਣ ਕਹਿ ਦਿੰਦੇ ਵੀ ਆ ਪਾਰਟੀ ਕਰ ਲਿਆ ਜੇ, ਕੁਝ ਖਾ ਪੀ ਲਿਆ ਜੇ, ਆਪੇ ਜਿਹੜੀ ਚੀਜ਼ ਦੀ ਲੋੜ ਹੈ। ਪ੍ਰਿਥੀ ਚੰਦ ਨੇ ਜਾਫਤ ਕਹਿੰਦੇ ਇਹਨੂੰ ਸਾਧ ਸੰਗਤ ਜੀ, ਇਹ ਕੁਝ ਭਾਸ਼ਾ ਜਾਂ ਫਾਰਸੀ ਦਾ ਸ਼ਬਦ ਹੈ ਸ਼ਾਇਦ ਇਹ। ਤੋ ਜਾਫਤ ਕਹੀਏ ਵੀ ਜਿਵੇਂ ਕੋਈ ਪਾਰਟੀ ਵਾਸਤੇ ਜਾਂ ਖਾਣ ਪੀਣ ਵਾਸਤੇ ਬਾਬਾ ਪ੍ਰਿਥੀ ਚੰਦ ਨੇ ਇਸ ਸੁਲਹੀ ਨੂੰ ਖੁੱਲੀ ਮਾਇਆ ਦੇ ਦਿੱਤੀ ਵੀ ਆ ਵਰਤ ਲੈਣੀ ਤੁਸੀਂ, ਆਪਦੇ ਜਿਹੜੇ ਸਿਪਾਹੀਆਂ ਨੂੰ ਖਵਾ ਪਿਆ ਦੇਣਾ ਤੁਸਾਂ ਨੇ। ਆਏ ਹੋ ਕਰਮ ਧਾਰ ਭੀਤ ਸੁਖਦਾਇ ਕਰ। ਤੋ ਇਸ ਤਰ੍ਹਾਂ ਮੀਤ ਤੁਸੀਂ ਜਿਹੜਾ ਵਾ ਬੜਾ ਚੱਲ ਕੇ ਆਏ ਹੋ ਪੈਰਾਂ ਨਾਲ ਇੰਨੀ ਦੂਰੋਂ, ਆਪਦਾ ਮਿੱਤਰ ਜਾਣ ਕੇ, ਮਿੱਤਰ ਦੀ ਸਹਾਇਤਾ ਵਾਸਤੇ, ਸੁੱਖ ਦੇਣ ਵਾਸਤੇ ਤੁਸੀਂ ਦੂਰੋਂ ਚੱਲ ਕੇ ਆਏ ਹੋ। ਮੇਰੇ ਤੇ ਬੜਾ ਰਹਿਮੋ ਕਰਮ ਕੀਤਾ ਇਹ ਮੇਰੇ ਮਿੱਤਰ ਸੁਲਹੀ। ਲਵਾ ਮਾਇਆ ਤੇ ਆਪਦੇ ਸੈਨਿਕਾਂ ਨੂੰ ਵੰਡ ਦੇਣਾ ਜਾਂ ਕੁਝ ਖਿਲਾ ਪਿਲਾ ਦਿਓ, ਸੇਵਾ ਹੋ ਜਾਵੇਗੀ। ਸੁਲਹੀ ਪਣਤ ਮੈਂ ਨਾ ਲੇਵੋ ਤਾਨ ਅਨ ਬਨ। ਤੇ ਸੁਲਹੀ ਕਹਿੰਦਾ ਭਾਈ ਪ੍ਰਿਥੀ ਚੰਦ, ਹੈ ਮੇਰੇ ਮਿੱਤਰ, ਇਹ ਗੱਲ ਚੰਗੀ ਨਹੀਂ,
ਮੈਂ ਤੁਹਾਡੇ ਤੋਂ ਇਹ ਪੈਸਾ ਲੈਂਦਾ ਚੰਗਾ ਨਹੀਂ ਲੱਗਦਾ ਹਾਂ। ਦੇਨੋ ਬਨ ਗੁਰੂ ਤੁਮ ਮਨ ਜਗ ਪਾਏ ਕਰ। ਵੀ ਸਾਰਾ ਸੰਸਾਰ ਤੁਹਾਨੂੰ ਪ੍ਰੇਮ ਕਰਕੇ ਗੁਰੂ ਮੰਨਦਾ ਹੈ। ਸੁਲਹੀ ਵੀ ਕਿਉਂਕਿ ਹੁਣ ਮਿੱਤਰ ਸੀ ਨਾ ਇਹਦਾ, ਇਹਨੂੰ ਗੁਰੂ ਮੰਨਦਾ ਹੈ। ਕਹਿੰਦਾ ਇਹ ਬਾਬਾ ਪ੍ਰਿਥੀ ਚੰਦ ਜੀ ਤੁਹਾਨੂੰ ਗੁਰੂ ਮੰਨਦੇ ਆ ਸਾਰੇ, ਸਾਰਾ ਸੰਸਾਰ ਤੁਹਾਡੇ ਅੱਗੇ ਸੀਸ ਝੁਕਾਉਂਦਾ ਹੈ। ਤੁਹਾਥੋਂ ਮੈਂ ਪੈਸੇ ਲੈਂਦਾ ਸੋਹਣਾ ਲੱਗਦਾ, ਸਗੋਂ ਤੁਸੀਂ ਗੁਰੂ ਹੋ ਤੇ ਮੈਂ ਤੁਹਾਡਾ ਚੇਲਾ ਸੇਵਕ ਹਾਂ, ਸਗੋਂ ਮੈਨੂੰ ਤੁਹਾਨੂੰ ਮਾਇਆ ਦੇਣੀ ਚਾਹੀਦੀ ਹੈ। ਬਾਂਛਤ ਕੋ ਪਾਏ ਕਰ ਸੀਸ ਕੋ ਨਿਵਾਏ ਕਰ। ਕਿਉਂਕਿ ਕਿੰਨੇ ਲੋਕ ਤੁਹਾਡੇ ਘਰ ਨੂੰ ਝੁਕਦੇ ਐ, ਸੀਸ ਨਵਾਉਂਦੇ ਐ, ਮਨ ਇੱਛੇ ਫਲਾਂ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਭੇਟਣ ਚੜਾਏ ਕਰ ਬਣ ਸੇ ਖੁਆਏ ਕਰ। ਤੇ ਕਿੰਨੀਆਂ ਭੇਟਾਂ ਦੂਰੋਂ ਦੂਰੋਂ ਲੋਕ ਆ ਕੇ ਤੁਹਾਨੂੰ ਚੜਾਉਂਦੇ ਐ, ਤੁਹਾਡੇ ਚਰਨੀ ਲੱਗਦੇ ਐ, ਸਿੱਖੀ ਪ੍ਰਾਪਤ ਕਰਦੇ, ਤੁਹਾਡੇ ਘਰ ਦੇ ਸਿੱਖ ਬਣਦੇ ਐ। ਸਵਈਆ ਪ੍ਰਿਥੀਆ ਸੁਲਹੀ ਸੋਪਨੈ। ਤੇ ਇਹ ਸੁਣ ਕੇ ਸੁਲਹੀ ਤੋਂ ਤੇ ਪ੍ਰਿਥੀ ਚੰਦ, ਇਹ ਬਾਬਾ ਪ੍ਰਿਥੀ ਚੰਦ ਜੀ ਬੋਲੇ ਆ ਸੁਲਹੀ ਦੇ ਤਾਈ। ਸੁਣ ਮੀਤ ਗੁਰੂ ਕਰ ਕੋ ਇਹੋ ਜਾਣ ਪ੍ਰਸਾਦੂ। ਤੇ ਕਹਿੰਦਾ ਹੈ ਪ੍ਰਿਥੀ ਚੰਦ, ਹੈ ਮੇਰੇ ਮਿੱਤਰ ਸੁਲਹੀ, ਇਹ ਤੈਨੂੰ ਕੋ ਮੈਂ ਮਾਇਆ ਰਿਸ਼ਵਤ ਨਹੀਂ ਦੇ ਰਿਹਾ, ਇਹ ਤਾਂ ਤੂੰ ਸਾਡੇ ਘਰ ਦਾ ਭਾਵ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਪ੍ਰਸ਼ਾਦ ਜਾਣਨਾ ਕਰ। ਧਨ ਦੇਗ ਕੇ ਹੇਤ ਦਇਓ ਤੁਮ ਕੋ। ਵੀ ਮੈਂ ਤਾਂ ਤੈਨੂੰ ਜਿਹੜੀ ਮਾਇਆ ਦਿੱਤੀ ਤਾਂ ਤੇਰੇ ਜਿਹੜੀ ਫੌਜ ਹੈ ਨਾ ਇਹਦੇ ਲੰਗਰ ਪਾਣੀ ਵਾਸਤੇ, ਰਸਤਾਂ ਵਾਸਤੇ, ਇਹਦੀ ਖਾਣ ਪੀਣ ਵਾਸਤੇ ਦੇ ਰਿਹਾ, ਲੰਗਰ ਵਾਸਤੇ, ਪ੍ਰਬੰਧ ਵਾਸਤੇ ਦੇ ਰਿਹਾ ਹਾਂ। ਲੇਹੋ ਆਪ ਕਰੋ ਹਮਰੋ ਐਹਲਾਦੂ। ਤੇ ਮੈਂ ਕਹਿੰਦਾ ਵੀ ਇਹ ਮਾਇਆ ਸੁਲਹੀ ਹੈ ਮਿੱਤਰ, ਤੁਸੀਂ ਲੈ ਲਓ, ਇਹਦੇ ਵਿੱਚ ਮੇਰੀ ਖੁਸ਼ੀ ਹੈ, ਮੈਨੂੰ ਚੰਗਾ ਲੱਗੇਗਾ। ਵਿਸ਼ਵਾਸ ਵਿਸ਼ਾਲ ਹੈ ਤੁਮਰੇ ਪਰ। ਬਾਕੀ ਮੈਨੂੰ ਤੁਹਾਡੇ ਤੇ ਬਹੁਤ ਵਿਸ਼ਵਾਸ ਹੈ, ਭਰੋਸਾ ਹੈ। ਦੇਖ ਸਕੋ ਨਹਿ ਮੋਰ ਬਿਸਾਦੂ। ਕਿਉਂਕਿ ਮੈਂ ਅੱਜ ਵੇਖਿਆ ਵੀ ਤੁਸੀਂ ਮੇਰਾ ਦੁੱਖ ਨਹੀਂ ਵੇਖ ਸਕਦੇ। ਮੈਂ ਇੱਥੇ ਦੁਖੀ ਸੀ ਭਰਾ ਦੇ ਪੱਖੋਂ, ਤੇ ਤੁਹਾਨੂੰ ਚਿੱਠੀਆਂ ਪਾਈਆਂ ਤੇ ਤੁਸੀਂ ਚਿੱਠੀ ਪੜ੍ਹ ਕੇ ਮੇਰੀ ਵੀ ਮੇਰਾ ਮਿੱਤਰ ਸੰਕਟ ਵਿੱਚ ਆ ਤੇ 5000 ਫੌਜ ਲੈ ਕੇ ਪਹੁੰਚ ਗਏ। ਮੈਂ ਜਾਣਿਆ, ਮੈਨੂੰ ਬੜਾ ਭਰੋਸਾ ਹੈ ਮਿੱਤਰ ਸੁਲਹੀ, ਤੁਸੀਂ ਜਿਹੜਾ ਬਚਨ ਕੀਤਾ ਸੀ ਮਿੱਤਰ ਤੁਹਾਡੀ ਸਹਾਇਤਾ ਕਰਾਂਗਾ, ਅੱਜ ਪੂਰਾ ਕਰ ਰਹੇ ਹੋ। ਮੇਰਾ ਦੁੱਖ ਵੇਖ ਨਹੀਂ ਸਕੇ, ਫੌਜ ਲੈ ਕੇ ਹਾਜ਼ਰ ਹੋ ਗਏ ਹੋ। ਬਾਲ ਸੰਗ ਸਹਾਇਕ ਹੋਰੇ ਪਕਾਇਕ। ਤੁਸੀਂ ਬਲ ਦੇ ਵਾਲੇ ਤੇ ਬਲ ਸਮੇਤ ਆਪਦੇ ਮਿੱਤਰ ਦੀ ਸਹਾਇਤਾ ਕਰ ਰਹੇ ਹੋ, ਕਰਨ ਵਾਲੇ ਹੋ, ਦੁਸ਼ਮਣ ਨੂੰ ਨਾਸ਼ ਕਰਨ ਵਾਲੇ ਹੋ। ਕੋ ਨਾ ਸਕੈ ਕਰ ਮੋਸੋਂ ਵਿਵਾਦੂ। ਤੇ ਕੋਈ ਵੀ ਮੇਰੇ ਨਾਲ ਵਿਵਾਦੂ ਨਹੀਂ ਕਰ ਸਕਦਾ, ਤੁਹਾਡੇ ਹੁੰਦਿਆਂ ਮੇਰੇ ਨਾਲ ਕੋਈ ਵੀ ਹੁਣ ਔਖਾ ਨਹੀਂ ਹੋ ਸਕਦਾ, ਕੋਈ ਝਗੜਾ ਨਹੀਂ ਕਰ ਸਕਦਾ। ਜਿਹਦਾ ਮਿੱਤਰ ਸੁਲਹੀ ਤੁਹਾਡੇ ਵਰਗਾ ਹੋਵੇ ਸੂਰਮਾ, ਉਹਦਾ ਕੋਈ ਕੀ ਵਿਗਾੜ ਸਕਦਾ। ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ। ਕਬਿਤ ਸੁਲਹੀ ਸਲਾਹ ਤੁਮ ਸਖਾ ਹੋ ਵਿਸਾਲ ਮੇਰੇ। ਤੋ ਫਿਰ ਇਹ ਸੁਲਹੀ ਬੋਲਿਆ, ਕਹਿੰਦਾ ਹੈ ਬਾਬਾ ਪ੍ਰਿਥੀ ਚੰਦ ਜੀ, ਤੁਸੀਂ ਮੇਰੇ ਸਖੇ ਹੋ, ਬੜੇ ਪਿਆਰੇ ਅਜ਼ੀਜ਼ ਮੇਰੇ ਦੋਸਤ ਮਿੱਤਰ ਹੋ। ਤੇਰੀ ਸੁਧ ਸੁਣ ਕੇ ਚੜਾਈ ਕਰ ਆਏ ਹੂੰ। ਤੇ ਤੇਰੀ ਚਿੱਠੀ ਪੜ੍ਹ ਕੇ ਤੇ ਵੇਖ ਲਾ, ਮੈਂ ਪੈਰ ਜੁੱਤੀ ਨਾ ਪਾਈ ਤੇ 5000 ਫੌਜ ਲੈ ਕੇ ਮੈਂ ਚੜ੍ਹ ਕੇ ਆ ਗਿਆ ਹਾਂ। ਬੰਧਾ ਗੁਰੂ ਅਰਜਨ ਲੇਹੋ ਮੈਂ ਪਕੜ ਕਰ। ਤੇ ਹੁਣ ਤੂੰ ਚਿੰਤਾ ਨਾ ਕਰ, ਮੈਂ ਆ ਗਿਆ 5000 ਫੌਜ ਲੈ ਕੇ, ਤੇ ਲਿਆ ਤੇਰੇ ਛੋਟੇ ਭਰਾ ਅਰਜਨ ਦੇਵ ਨੂੰ ਬੰਨ੍ਹ ਕੇ ਲੈ ਜਾਵਾਂਗੇ ਅਸੀਂ। ਇਹ ਸੁਲਹੀ ਬੋਲਦਾ, ਮੈਂ ਬੰਨ੍ਹ ਕੇ ਲੈ ਜਾਵਾਂਗਾ, ਪਕੜ ਕੇ ਆਪਦੇ ਨਾਲ ਲੈ ਜਾਣਾ ਹੈ। ਰਾਮਦਾਸ ਨਗਰੀ ਕੁਸ ਗੋਰੀ ਲੁਟਾਇਉ। ਤੇ ਤੇਰੇ ਭਰਾ ਤਾਂ ਅਰਜਨ ਦੇਵ ਦੀ ਵਸਾਈ ਹੋਈ ਨਗਰੀ ਰਾਮਦਾਸਪੁਰ ਜਿਹੜਾ ਨਾ ਅੰਮ੍ਰਿਤਸਰ, ਮੈਂ ਸਾਰਾ ਹੀ ਲੁੱਟ ਪੁੱਟ ਲੈਣਾ ਹੈ। ਤੋਹੇ ਸੋ ਮਿਲਾਪ ਕਰ ਅਧਿਕ ਪ੍ਰਤਾਪ ਕਰ। ਤੇ ਤੇਰਾ ਨਾਲ ਮੈਂ ਮਿਲਾਪ ਰੱਖਾਂਗਾ, ਜਾਂ ਇੱਥੋਂ ਦੇ ਲੋਕਾਂ ਨੂੰ ਤੇਰੇ ਨਾਲ ਮੇਲ ਦਿਆਂਗਾ ਦਬਕ ਕੇ ਵੀ ਇਹਨੂੰ ਗੁਰੂ ਮੰਨੋ। ਗੁਰਤਾ ਤੇ ਤੈਨੂੰ ਬਿਠਾ ਦੇਣਾ ਮੈਂ, ਤੇ ਨਾਲ ਹੀ ਜਿਹੜਾ ਹੈ ਗੁਰਤਾ ਤੇ ਤੈਨੂੰ ਬਿਠਾਵਾਂਗਾ, ਤੇ ਤੇਰਾ ਪੂਰਾ ਪ੍ਰਤਾਪ ਕਰਾ ਕੇ ਜਾਵਾਂਗੇ। ਇੱਥੇ ਸਭ ਮੰਨਣਗੇ, ਝੁਕਾ ਦੇਵਾਂਗੇ ਮੈਂ ਤਲਵਾਰ ਦੇ ਜ਼ੋਰ ਤੇ ਸਾਰਿਆਂ ਨੂੰ। ਰਿਪੁਨ ਸੰਤਾਪ ਕਰ ਸ਼ਾਹ ਪਾਸ ਜਾਇਉ। ਤੇਰੇ ਦੁਸ਼ਮਣਾਂ ਨੂੰ ਖਪਾ ਦਿਆਂਗਾ ਮੈਂ, ਤੇ ਫੇਰ ਇਹ ਕੰਮ ਪੂਰਾ ਕਰਕੇ ਨਾ ਪ੍ਰਿਥੀ ਚੰਦ, ਤੇ ਫੇਰ ਮੈਂ ਜਾਵਾਂਗਾ। ਸਾਰੇ ਕਾਰਜ ਪੂਰੇ ਕਰਕੇ ਹੀ ਹੁਣ ਮੈਂ ਜਾਵਾਂਗਾ ਬਾਦਸ਼ਾਹ ਜਹਾਂਗੀਰ ਪਾਸ। ਸਭ ਕੋ ਸੁਨਾਇਉ ਗੁਰੂ ਤੁਮ ਹੈ ਬਨਾਇਉ। ਤੇ ਮੈਂ ਸਾਰਿਆਂ ਨੂੰ ਸੁਣਾ ਕੇ ਜਾਵਾਂਗਾ ਵੀ ਤੁਹਾਡਾ ਸਾਰਿਆਂ ਦਾ ਗੁਰੂ ਪ੍ਰਿਥੀ ਚੰਦ ਹੈ। ਇਹ ਗੱਲ ਮੈਂ ਸਭ ਨੂੰ ਕਹਿ ਕੇ ਸਮਝਾ ਕੇ ਤਲਵਾਰ ਦੇ ਨੋਕ ਤੇ ਜਬਰੀ ਮਨਾ ਕੇ ਜਾਵਾਂਗਾ।
ਤੈਨੂੰ ਤਖਤ ਤੇ ਬਿਠਾ ਕੇ ਜਾਵਾਂਗਾ। ਸਖਾ ਕੋ ਸੁਖ ਦਾਇਉ ਵਿਸਾਲ ਜਸ ਪਾਇਉ। ਮੈਂ ਆਪਦੇ ਮਿੱਤਰ ਦਾ ਸਹਾਇਕ ਹਾਂ। ਮੈਂ ਤੇਰੇ ਨਾਲ ਵਾਅਦਾ ਕੀਤਾ ਸੀ, ਹੇ ਬਾਬਾ ਪ੍ਰਿਥੀ ਚੰਦ ਜੀ, ਤੇ ਉਹ ਵਾਅਦਾ ਮੈਂ ਪੂਰਾ ਕਰਾਂਗਾ। ਤੁਹਾਨੂੰ ਗੁਰਤਾ ਤੇ ਭਾਵਾਂਗਾ, ਸਭ ਤਰ੍ਹਾਂ ਦਾ ਸੁੱਖ ਮਿਲੇਗਾ। ਜੇ ਤੁਹਾਡੇ ਮਨ 'ਚ ਰੀਝ ਆ ਨਾ ਗੁਰਿਆਈ ਲੈਣ ਦੀ, ਤੇ ਮੈਂ ਹਾਜ਼ਰ ਹਾਂ ਤੁਹਾਡੀ ਸੇਵਾ 'ਚ। ਤੁਹਾਨੂੰ ਗੁਰਿਆਈ ਦਿਵਾਵਾਂਗਾ ਸਭ ਤਰ੍ਹਾਂ ਦੇ ਨਾਲ, ਤੇ ਵੱਡੀ ਵਡਿਆਈ ਮੈਨੂੰ ਵੀ ਮਿਲੇਗੀ ਵੀ ਮੈਂ ਜ਼ਬਾਨ ਦਾ ਪੂਰਾ ਹਾਂ ਤੇ ਮਿੱਤਰ ਦੀ ਸਹਾਇਤਾ ਕੀਤੀ। ਤੈਨੂੰ ਪੂਜਣ ਵਾਲੇ ਮੇਰੀ ਵਡਿਆਈ ਕਰਿਆ ਕਰਨਗੇ। ਪ੍ਰੀਤੀਏ ਬਖਾਨੀ ਸਾਧ ਸਾਧ ਪ੍ਰੀਤ ਠਾਨੀ। ਤੇ ਪ੍ਰਿਥੀ ਚੰਦ ਬੜਾ ਪ੍ਰੇਮ ਨਾਲ ਫਿਰ ਬੋਲਿਆ, ਕਹਿੰਦਾ ਸ਼ਾਬਾਸ਼ ਹੇ ਮੇਰੇ ਅਜ਼ੀਜ਼ ਮਿੱਤਰ, ਬਹੁਤ ਸ਼ਾਬਾਸ਼ ਤੁਹਾਡੇ ਹੋਵੇ। ਸ਼ੁਭ ਕੀਰਤ ਮਹਾਨੀ ਜਗ ਪਈ ਸਖਾ ਦੋਏ ਕੀ। ਵੀ ਤੁਸੀਂ ਮੇਰੇ ਮਿੱਤਰ ਹੋ। ਆਪਣੀ ਦੋਵਾਂ ਮਿੱਤਰਾਂ ਦੀ ਸਾਰੇ ਸੰਸਾਰ ਸਹੁੰ ਖਾਂਦਾ ਹੈ, ਆਪਣੀ ਦੋਸਤੀ ਦੀ। ਸਭ ਸੰਸਾਰ ਵੇਖਦਾ, ਸਭ ਸੰਸਾਰ ਤੇ ਸਾਡੀ ਮਿੱਤਰਤਾ ਦੀ, ਸਾਡੀ ਦੋਸਤੀ ਦੀ ਸ਼ੋਭਾ ਹੋ ਰਹੀ ਹੈ। ਆਗਮਨ ਤੇਰ ਸੁਨ ਗਇਓ ਹੈ ਭੁਲਾਏ ਰਿਪ। ਤੇ ਬਾਕੀ ਪ੍ਰਿਥੀ ਚੰਦ ਕਹਿੰਦਾ ਵੀ ਹੇ ਸੁਲਹੀ, ਤੁਹਾਡਾ ਆਗਮਨ ਸੁਣ ਕੇ ਨਾ ਵੀ ਸੁਲਹੀ ਚੜ ਕੇ ਆ ਰਿਹਾ ਤੇ ਦੁਸ਼ਮਣ ਭੱਜ ਗਏ ਹੈ। ਇਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੁਸ਼ਮਣ ਦੱਸਦਾ ਹੈ, ਭਰਾ ਹੈ ਵੈਸੇ ਮਹਾਰਾਜ ਦਾ ਵੱਡਾ। ਕਹਿੰਦਾ ਹੈ ਸੁਲਹੀ, ਤੁਹਾਡਾ ਸੂਰਮਾ ਤੁਸੀਂ ਹੋ, ਬਲ ਵਾਲੇ ਹੋ, ਤੇ ਤੁਹਾਡੇ ਵਰਗੇ ਯੋਧੇ ਦੇ ਆਉਣ ਦੀ ਖਬਰ ਸੁਣ ਕੇ ਦੁਸ਼ਮਣ ਟਲ ਗਏ ਹੈ, ਸ਼ਹਿਰ ਛੱਡ ਕੇ ਦੌੜ ਗਏ ਹਨ। ਪੂਰੀ ਕੋ ਉਚਾਰ ਕੀਓ ਵਸਤੂ ਨ ਕੋਏ ਕੀ। ਪਰ ਕੋਈ ਵਸਤੂ ਨਹੀਂ ਛੱਡੀ, ਸਿੱਖ ਨਾਲ ਲੈ ਗਏ ਐ, ਸਭ ਕੁਝ ਇਥੋਂ ਹੂੰਜ ਕੇ ਲੈ ਗਏ ਬਨ ਕੇ ਪੰਡਾਂ, ਤੇ ਸਾਰੀ ਪੂਰੀ ਅੰਮ੍ਰਿਤਸਰ ਉਜਾੜ ਦਿੱਤਾ ਗੁਰੂ ਅਰਜਨ ਦੇਵ ਨੇ। ਮਹਾ ਸਮਰੱਥ ਤੁਮ ਨਾਮ ਲੀਏ ਕਾਮ ਹੋਏ। ਬਾਕੀ ਤੂੰ ਵੱਡਾ, ਤੁਸੀਂ ਸਮਰੱਥ ਹੋ ਹੇ ਸੁਲਹੀ ਜੀ, ਮਹਾਨ ਸਮਰੱਥ ਰਥੀ ਮਹਾਰਥੀ ਯੋਧੇ ਹੋ। ਤੁਹਾਡਾ ਨਾਮ ਲੈ ਕੇ ਵੱਡੇ ਵੱਡੇ ਕੰਮ ਸਰ ਜਾਂਦੇ ਆ। ਵੇਖੋ ਤੁਹਾਡਾ ਨਾਮ ਹੀ ਲਿਆ ਕੱਲਾ, ਤੁਹਾਨੂੰ ਆਉਣ ਤੋਂ ਪਹਿਲਾਂ ਹੀ ਇਹ ਸ਼ਹਿਰ ਖਾਲੀ ਹੋ ਗਿਆ ਹੈ। ਆਪ ਚੱਲ ਆਏ ਪੁਨ ਚਿੰਤਾ ਕਿਸ ਲੋਏ ਕੀ। ਤੇ ਜਦੋਂ ਤੁਸੀਂ ਆਪ ਹੀ ਚੱਲ ਕੇ ਆ ਗਏ, ਏਡਾ ਸੂਰਮਾ ਆ ਗਿਆ ਵੇ, ਤੇ ਮੈਨੂੰ ਕਿਸੇ ਆਮ ਸਧਾਰਨ ਮਨੁੱਖ ਦੀ ਕੀ ਚਿੰਤਾ, ਕੋਈ ਪਰਵਾਹ ਨਹੀਂ ਹੈ। ਕ੍ਰਿਤ ਕ੍ਰਿਤ ਕੀਨ ਸਭ ਕਾਜ ਕੋ ਸੁਧਾਰ ਦੀਨ। ਇਸ ਤਰ੍ਹਾਂ ਬਹੁਤ ਵਧੀਆ ਕਾਰਜ ਕੀਤਾ, ਮੇਰੇ ਸਾਰੇ ਹੀ ਕੰਮ ਨੂੰ ਤੁਸੀਂ ਸੁਧਾਰ ਦਿੱਤਾ। ਮੇਰੇ ਸਾਰੇ ਕੰਮ ਜਿਹੜੇ ਆ ਤੁਸੀਂ ਸਫਲ ਕੀਤੇ, ਨਿਹਾਲ ਕੀਤਾ ਹੈ। ਮੋਹ ਪੈ ਉਪਕਾਰ ਕੀਨ ਰੀਤ ਤਾਰ ਤੋਏ ਕੀ। ਤੇ ਬੜਾ ਮੇਰੇ ਤੇ ਪਰਉਪਕਾਰ ਕੀਤਾ ਹੈ ਸੁਲਹੀ ਜੀ। ਜਿਵੇਂ ਸੁੱਕੇ ਬੂਟੇ ਨੂੰ ਪਾਣੀ ਮਿਲ ਜਾਵੇ ਹਰਾ ਹੋ ਜਾਂਦਾ ਹੈ, ਇਸ ਤਰ੍ਹਾਂ ਤੁਸੀਂ ਮੈਨੂੰ ਸੁੱਕੇ ਹੋਏ ਨੂੰ ਪਾਣੀ ਵਾਂਗੂ ਟੱਕਰਿਓ, ਬੜੀ ਸਹਾਇਤਾ ਕੀਤੀ ਹੈ। ਸਵਈਆ ਮੈਂ ਆਬ ਲੋਕ ਬੁਲਾਏ ਮਿਲਾਏ ਕੈ। ਤੋ ਫਿਰ ਕਹਿੰਦਾ ਕਿ ਹੁਣ ਮੈਂ ਇਹ ਸਾਰਿਆਂ ਲੋਕਾਂ ਨੂੰ ਬੁਲਾ ਕੇ ਮਿਲਾ ਕਰਕੇ ਫੇਰ ਪੂਰੀ ਕੋ ਬਨਾਏ ਬਸਾਉ। ਵੀ ਪ੍ਰਿਥੀ ਚੰਦ ਕਹਿੰਦਾ ਕੋਈ ਨਾ, ਜੇ ਗੁਰੂ ਅਰਜਨ ਦੇਵ ਦੇ ਸਿੱਖ ਇੱਥੋਂ ਚਲੇ ਗਏ ਆ, ਅੰਮ੍ਰਿਤਸਰ ਖਾਲੀ ਹੋ ਗਿਆ, ਤੇ ਮੈਂ ਕੋਈ ਗੱਲ ਨਹੀਂ, ਬਹੁਤ ਪਾਸੋਂ ਆਸੋਂ ਬੁਲਾ ਕੇ ਸਿੱਖਾਂ ਨੂੰ, ਸੰਗਤਾਂ ਨੂੰ ਇਹ ਸ਼ਹਿਰ ਫੇਰ ਆਬਾਦ ਕਰ ਲਵਾਂਗਾ, ਵਸਾ ਦੇਵਾਂਗਾ। ਜੇ ਉਜਰੇ ਸੋ ਰਹੋ। ਤੇ ਜਿਹੜੇ ਉਜੜੇ ਆ, ਇਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਸ਼ਾਰਾ ਕਰਕੇ ਕਹਿੰਦਾ ਹੈ ਸੁਲਹੀ, ਬਾਕੀ ਜਿਹੜੇ ਉਜੜ ਗਏ ਨਾ, ਸ਼ਹਿਰ ਛੱਡ ਕੇ ਉਜੜੇ ਹੀ ਰਹਿਣਗੇ, ਨਹੀਂ ਵੜਨ ਦੇਵਾਂਗਾ। ਸੋ ਰਹੋ ਪੁਨ ਆਏ ਬਸੈ ਤਬ ਮੈਂ ਨਾ ਹਟਾਉ। ਤੇ ਬਾਕੀ ਜੇ ਕੁਝ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਨਾਲ ਗਏ ਆ, ਉਜੜੇ ਹੋਏ ਇੱਥੋਂ ਛੱਡ ਕੇ ਸ਼ਹਿਰ, ਜੇ ਕਿਤੇ ਉਹ ਵਾਪਸ ਆਉਣਾ ਵੀ ਚਾਹਣ ਤੇ ਮੈਂ ਟਲਾਂਗਾ ਨਹੀਂ, ਭਾਵ ਉਹਨਾਂ ਨੂੰ ਰੋਕਾਂਗਾ ਨਹੀਂ, ਮੈਂ ਆਉਂਦਿਆਂ ਨੂੰ ਜੀ ਆਇਆਂ ਆਖਾਂਗਾ। ਆਪ ਪਿਆਨ ਕਰੋ ਕਾਰ ਕੋ। ਤੇ ਇਹ ਸੁਲੀ ਤੁਹਾਡਾ ਬਹੁਤ ਧੰਨਵਾਦ, ਮੇਰੀ ਚਿੱਠੀ ਤੇ ਮੇਰਾ ਦੁੱਖ ਸੁਣ ਕੇ ਪਹੁੰਚਣ ਤੇ। ਤੁਸੀਂ ਹੁਣ ਫੌਜ ਲੈ ਜਾਓ ਤੇ ਵਾਪਸ ਮੁੜ ਜਾਓ ਦਿੱਲੀ ਨੂੰ, ਘਰ ਨੂੰ। ਸੁਖ ਹੋਏ ਤੋ ਮੈਂ ਏ ਮਨੀਤ ਮਨਾਉ। ਤੇ ਮੈਂ ਸੁੱਖ ਮੰਗਾਂਗਾ ਵੀ ਤੁਹਾਨੂੰ, ਵੀ ਪਰਮੇਸ਼ਰ ਵੱਡੀ ਹੋਰ ਬੁਲੰਦੀ ਬਖਸ਼ੇ, ਵੱਡੇ ਵੱਡੇ ਅਹੁਦੇ ਪ੍ਰਾਪਤ ਹੋਵਣ। ਸ਼ਾਹੋ ਸੋ ਮੇਲ ਰਹੋ ਨਿਤ ਬਾਢਤ। ਤੇਰੀ ਸੁੱਖ ਅਰਦਾਸ ਕਰਾਂਗਾ ਮੈਂ ਵੀ, ਤੇਰਾ ਜਿਹੜਾ ਪ੍ਰੇਮ ਹੈ ਨਾ, ਮੋਹ ਤੇ ਬਾਦਸ਼ਾਹ ਜਹਾਂਗੀਰ ਨਾਲ ਹੋਰ ਵਧਿਆ ਜਾਵੇ। ਚੌਗੁਣ ਕਾਮ ਅਸੀਸ ਮੈਂ ਗਾਉ। ਤੇ ਚੌਗਣੀ ਫੌਜ ਤੇਰੇ ਥੱਲੇ ਹੋਇਆ ਕਰੇ, ਮੈਂ ਅਸੀਸਾਂ ਦੇਵਾਂਗਾ। ਤੇਰੀ ਅਰਦਾਸਾਂ ਹੈ ਪਰਮੇਸ਼ਰ ਅੱਗੇ ਮੈਂ ਕਰਦਾ ਵੀ ਪਰਮੇਸ਼ਰ ਤੈਨੂੰ ਦੁੱਗਣੀ ਚੌਗਣੀ ਤਰੱਕੀ ਬਖਸ਼ੇ ਕਾਰੋਬਾਰ ਵਿੱਚ। ਕਬਿਤ
ਸੁਲਹੀ ਸੁਲੀਹੀ ਸੁਧ ਮਹਾਂਦੁਰ ਬੁੱਧੀ ਤਕੂਰ। ਤੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਆ, ਕਹਿੰਦੇ ਵੇਖੋ ਇਹ ਸੁਲਹੀ ਮਹਾਨ ਜਿਹੜਾ ਕਬੁੱਧੇ ਹੈ, ਖੋਟੀ ਬੁੱਧ ਵਾਲੇ ਹੈ, ਭੈੜੇ ਖੋਟੇ ਆਚਰਣ ਵਾਲੇ ਹੈ, ਮਾੜੀ ਸੋਚ ਵਾਲੇ, ਬਿਰਤੀ ਵਾਲੇ, ਇਹ ਸੁਲਹੀ ਨੇ ਚੰਗੀ ਖਬਰ ਲੈ ਲਈ ਹੈ। ਪ੍ਰਿਥੀ ਚੰਦ ਨੇ ਚਿੱਠੀ ਪਾਈ ਤੇ ਸੁਲਹੀ ਉਹਦੇ ਵਰਗਾ ਸੁਲਹੀ, ਪਾਪੀ ਪ੍ਰਿਥੀ ਚੰਦ, ਪਾਪੀ ਉਹ ਸੁਲਹੀ ਹੈ, ਫੌਜ ਚੜਾ ਕੇ ਗੁਰੂ ਘਰ ਤੇ ਆਇਆ ਹੈ। ਆਨੰਦ ਬਿਲੰਦ ਤੇ ਬਦਨ ਮੁਸਕਾਏ ਕਰ। ਤੇ ਖੁਸ਼ ਹੋਇਆ ਆਪਦੇ ਮਿੱਤਰ ਦੀ ਇਹ ਸੁਲਹੀ ਆਇਆ, ਖਬਰ ਲਈ ਵੀ ਹਾਂ ਪ੍ਰਿਥੀ ਚੰਦ ਸੌਖਾ। ਕਹਿੰਦਾ ਜੀ ਸਭ ਕੁਝ ਕੰਮ ਹੋ ਗਿਆ, ਗੁਰੂ ਅਰਜਨ ਦੇਵ ਛੱਡ ਕੇ ਸ਼ਹਿਰ ਤੇ ਚਲੇ ਗਏ ਸੰਗਤਾਂ ਸਮੇਤ। ਗੁਰਿਆਈ ਦਾ ਤਖਤ ਵਿਹਲਾ, ਹਰਮੰਦਰ ਸਾਹਿਬ ਵਿਹਲਾ, ਤੇ ਮੈਂ ਕਬਜ਼ਾ ਕਰ ਲਵਾਂਗਾ। ਇਹ ਖਬਰ ਸੁਣ ਕੇ ਤੇ ਪ੍ਰਿਥੀ ਚੰਦ ਖੁਸ਼ ਹੋਇਆ ਤੇ ਇਹ ਵੀ ਖੁਸ਼ ਹੋਇਆ, ਸੁਲਹੀ ਵੀ ਆਪਦੇ ਮਿੱਤਰ ਦੀ ਬੁਲੰਦੀ ਵੇਖ ਕੇ। ਗਇਓ ਭਾਜ ਜਾਨ ਦੇਹੋ ਕਾਹੇ ਤਿਸ ਨਾਮ ਲੇਹੋ। ਤੇ ਪ੍ਰਿਥੀ ਚੰਦ ਕਹਿੰਦਾ ਹੁਣ ਸੁਲਹੀ ਨੂੰ ਵੀ ਛੱਡ, ਹੁਣ ਜਿਹੜੇ ਭੱਜ ਗਏ ਉਹਨਾਂ ਦਾ ਕੀ ਨਾਮ ਲੈਣਾ ਹੈ, ਜਾਣ ਦਿਓ। ਰਾਖੋ ਨੇ ਜਗੇ ਹਸਾਬ ਨਗਰੀ ਬਸਾਏ ਕਰ। ਤੇ ਮੈਂ ਕੋਈ ਗੱਲ ਨਹੀਂ, ਇੱਥੇ ਘਰ ਹੋਰ ਬਣਾ ਕਰਕੇ ਤੇ ਆਪਦੀ ਨਗਰੀ ਸਾਰੀ ਵਸਾ ਲਵਾਂਗਾ, ਆਪਦਾ ਘਰ ਤੇ ਪੜਾ ਮੈਂ ਇੱਥੇ ਹੀ ਰੱਖਾਂਗਾ ਅੰਮ੍ਰਿਤਸਰ ਵਿੱਚ। ਫੇਰ ਬਸੈ ਆਏ ਕਰ ਬੈਰ ਕੋ ਲਗਾਏ ਕਰ। ਫੇਰ ਕੋਈ ਗੱਲ ਨਹੀਂ, ਆ ਕਰਕੇ ਜੇ ਵਸ ਜਾਣਗੇ ਨਾ ਇਹ ਗੁਰੂ ਅਰਜਨ ਦੇਵ ਜੀ, ਫੇਰ ਕਿਤੇ ਵੀ ਵਾਪਸ ਮੁੜੇ ਤੇ ਮੇਰੇ ਨਾਲ ਆ ਕੇ ਜੇ ਵੈਰ ਕਰੇਗੇ ਮੇਰੇ ਛੋਟੇ ਭਰਾ। ਆਪ ਪੁਜਵਾਏ ਕਰ ਧਨ ਸਮੁਦਾਇ ਕਰ। ਤੇ ਕੋਈ ਗੱਲ ਨਹੀਂ, ਮੈਂ ਤੈਨੂੰ ਫੇਰ ਸੱਦ ਲਵਾਂਗਾ। ਜੇ ਹੁਣ ਫੇਰ ਸ਼੍ਰੀ ਅਰਜਨ ਦੇਵ ਆਉਣਗੇ ਅੰਮ੍ਰਿਤਸਰ ਸਾਹਿਬ, ਏਕਰੀ ਤਾਂ ਛੱਡ ਗਏ ਨਗਰੀ, ਤੇ ਫੇਰ ਤੁਹਾਨੂੰ ਮੈਂ ਸਾਦਾ ਭੇਜ ਦੇਵਾਂਗਾ, ਤੁਸੀਂ ਆ ਜਾਣਾ ਤੇ ਜਿਵੇਂ ਵੀ ਤੁਹਾਥੋਂ ਸਰਿਆ ਉਸੇ ਤਰ੍ਹਾਂ ਕਰ ਲੈਣਾ। ਦੀਜੈ ਮੋ ਸੁਨਾਏ ਕਰ ਆਵੋ ਪੰਥ ਤਾਏ ਕਰ। ਹਾਂ ਵੀ ਭਾਵ ਵੀ ਜੇ ਗੁਰੂ ਅਰਜਨ ਦੇਵ ਜੀ ਫੇਰ ਆਉਣਗੇ ਇੱਥੇ ਹਰਿਮੰਦਰ ਸਾਹਿਬ ਵਿੱਚ ਬਹਿਣਗੇ, ਆਪਦੀ ਪੂਜਾ ਕਰਾਉਣਗੇ, ਸੰਗਤਾਂ ਤੋਂ ਧਨ ਜੇ ਇਕੱਠਾ ਕਰਨਗੇ, ਤੇ ਇਹ ਮੇਰੇ ਮਿੱਤਰ ਸੁਲਹੀ ਮੈਂ ਫੇਰ ਸੱਦਾ ਭੇਜਾਂਗਾ, ਮੈਂ ਫਿਰ ਚਿੱਠੀ ਪਾਵਾਂਗਾ, ਤੇ ਜਿਵੇਂ ਹੁਣ ਆਇਓ ਮੇਰੀ ਸਹਾਇਤਾ ਵਾਸਤੇ ਫੇਰ ਆ ਜਾਣਾ। ਤਬ ਹੀ ਗਹਾਏ ਕਰ ਦੇਵ ਮਰਵਾਏ ਕਰ। ਤੇ ਉਦੋਂ ਹੀ ਫਿਰ ਮੈਂ ਤੁਹਾਨੂੰ ਫੜਾ ਦੇਵਾਂਗਾ ਅਰਜਨ ਦੇਵ ਨੂੰ, ਤੁਸੀਂ ਮਰਵਾ ਦਿਆ ਜੇ, ਜੋ ਮਰਜ਼ੀ ਕਰ ਲੈਣਾ। ਐਸੇ ਕਹੈ ਧੀਰ ਦੀਨ ਮਿਲੇ ਦੋ ਵੀਰ ਸਾਮ। ਤੋ ਇਸ ਤਰ੍ਹਾਂ ਇਹ ਸੁਲਹੀ ਨੇ ਵੀ ਧੀਰਜ ਦਿੱਤਾ ਵੀ ਕੋਈ ਗੱਲ ਨਹੀਂ, ਜਦੋਂ ਵੀ ਆਉਣਗੇ ਨਾ ਕਿਤੇ ਫੇਰ ਆਪ ਜੀ ਪੂਜਾ ਪ੍ਰਤਿਸ਼ਠਾ ਕਰਾਉਣ ਤੇ ਮੈਨੂੰ ਦੱਸ ਦਿਓ, ਜੇ ਮੈਂ ਫੜ ਕੇ ਲੈ ਜਾਵਾਂਗਾ ਤੇ ਮਾਰ ਮੁਕਾ ਦਿਆਂਗੇ ਤੁਹਾਡੇ ਭਰਾ ਤਾਂ ਗੁਰੂ ਅਰਜਨ ਦੇਵ ਨੂੰ। ਇਹ ਸੁਲਹੀ ਵੀ ਇਸ ਤਰ੍ਹਾਂ ਕਹਿੰਦਾ, ਇੱਕ ਦੂਜੇ ਨੂੰ ਧੀਰਜ ਦਿੱਤਾ ਤੇ ਸਹਾਇਕ ਬਣੇ ਹੈ, ਤੇ ਇਥੋਂ ਫਿਰ ਜਿਹੜਾ ਵਾ ਚੱਲਣ ਦੀ ਤਿਆਰੀ ਕੀਤੀ ਹੈ। ਪ੍ਰਿਥੀ ਆ ਪ੍ਰਸੰਨ ਪਇਓ ਨਿਜ ਧਾਮ ਆਯੂ। ਪ੍ਰਿਥੀ ਚੰਦ ਬੜਾ ਖੁਸ਼ ਹੋ ਕੇ ਆਪਣੇ ਘਰ ਨੂੰ ਮੁੜਿਆ ਹੈ। ਸੁਲਹੀ ਬਿਤਾਏ ਨੇ ਸੋ ਔਰ ਕਾਮ ਹਿਤ ਗਇਓ। ਤੇ ਅੰਮ੍ਰਿਤਸਰ ਸਾਹਿਬ ਦੇ ਬਾਹਰ ਫੌਜ ਨੇ ਡੇਰਾ ਲਾਇਆ ਹੋਇਆ ਸੀ। ਇੱਕ ਰਾਤ ਸੁਲਹੀ ਨੇ ਅੰਮ੍ਰਿਤਸਰ ਸਾਹਿਬ ਦੇ ਬਾਹਰ ਕੱਢੀ ਫੌਜ ਸਮੇਤ, ਅਗਲੇ ਦਿਨ ਆਪਦੇ ਕਿਸੇ ਹੋਰ ਕੰਮ ਚੜ ਗਿਆ ਹੈ। ਫੁੱਤੋ ਪਾਤਸ਼ਾਹੇ ਕੋ ਸੋ ਨੀਕੋ ਸੋ ਧਰਾਇਉ। ਵੀ ਕੋਈ ਪਾਤਸ਼ਾਹ ਦਾ ਕੰਮ ਸੀਗਾ ਜਹਾਂਗੀਰ ਦਾ ਇੱਧਰ ਪੰਜਾਬ ਵਿੱਚ, ਹੋਰ ਵੀ ਕੋਈ, ਤੇ ਸੁਲਹੀ ਉਹ ਕੰਮ ਕਰਨ ਵਾਸਤੇ ਤੁਰਿਆ ਵੀ ਚਲੋ ਹੁਣ ਆਈ ਆ ਤੇ ਬਾਦਸ਼ਾਹ ਦਾ ਉਹ ਵੀ ਕੰਮ ਚੰਗੀ ਤਰ੍ਹਾਂ ਸੋਧ ਦਈਏ, ਸਵਾਰ ਦਈਏ। ਫੇਰ ਦਿੱਲੀਪੁਰ ਕੋ ਪਇਓਨੋ ਕੀ ਪਿਆਨੋ ਕੀਨ ਮੰਦ ਮਤ। ਤੇ ਫੇਰ ਇਹ ਭੈੜੀ ਮੱਤ ਵਾਲੇ ਸੁਲਹੀ ਨੇ ਇਥੋਂ ਆਪਦਾ ਕੰਮ ਜਿਹੜਾ ਸੀ ਪੰਜਾਬ ਵਿੱਚ ਕੋਈ ਹੋਰ ਵੀ ਉਹ ਕੀਤਾ, ਤੇ ਇਥੋਂ ਚੜ ਗਿਆ ਦਿੱਲੀ ਨੂੰ, ਫੌਜ ਲੈ ਕਰਕੇ ਮੁੜ ਗਿਆ ਹੈ। ਬਾਹਨੀ ਸਮੀਪ ਤੇ ਅਧਿਕ ਗਰਬਾਯੂ। ਕਿਉਂਕਿ ਫੌਜ ਕੋਲ ਹੈ। ਕਵੀ ਜੀ ਕਹਿੰਦੇ ਇਹ ਜਿਹੜਾ ਫੌਜ ਦਾ ਜਿਹੜਾ ਨਸ਼ਾ ਹੁੰਦਾ ਹੈ ਨਾ, ਸ਼ੌਹਰਤ ਦਾ ਨਸ਼ਾ ਜਾਂ ਵਡਿਆਈ ਦਾ, ਇਹ ਹੁੰਦਾ ਹੀ ਐਸਾ। 5000 ਫੌਜ ਦੇ ਨਾਲ ਰਹਿੰਦੀ ਹੈ, ਵੱਡਾ ਜਰਨੈਲ ਹੈ ਜਹਾਂਗੀਰ ਦਾ ਸੁਲਹੀ, ਜਿਸ ਕਰਕੇ ਬੜਾ ਹੰਕਾਰਿਆ ਰਹਿੰਦਾ ਹੈ, ਬੜਾ ਹਰਖਿਆ ਰਹਿੰਦਾ, ਹੰਕਾਰਿਆ ਰਹਿੰਦਾ ਹੈ। ਚਾਹੋ ਚਿਤ ਕੌਰਾ ਸੋਏ ਆਗੇ ਨਾਹੀ ਅਰੈ ਕੋਏ। ਤੇ ਮਨ ਚ ਵਿਚਾਰਦਾ ਵੀ ਮੈਂ ਜੋ ਚਾਹਾਂ ਉਹ ਕਰ ਸਕਦਾ, ਕਿਉਂਕਿ ਮੈਂ ਜਹਾਂਗੀਰ ਬਾਦਸ਼ਾਹ ਦਾ ਖਾਸ ਜਿਹੜਾ ਹੈ ਉਹ ਜਰਨੈਲ ਹਾਂ, ਜੋ ਚਾਹਾਂ ਮੈਂ ਕਰ ਸਕਦਾ, ਮੇਰੇ ਅੱਗੇ ਕੋਈ ਨਹੀਂ ਅੜੇਗਾ। ਮਾਨੈ ਤੋਰ ਕੇਸ਼ ਬੈਨ ਮੈਂ ਜਥਾ ਅਲਾਇਉ। ਤੇ ਮੇਰੀ ਹਰ ਗੱਲ ਜਹਾਂਗੀਰ ਬਾਦਸ਼ਾਹ ਮੰਨਦਾ ਹੈ, ਜੋ ਮੈਂ ਕਹਿਣਾ ਉਹ ਪੂਰੀ ਹੁੰਦੀ ਦਰਬਾਰ ਵਿੱਚ। ਰਾਮਦਾਸ ਪੂਰੀ ਮੈਂ ਪ੍ਰਿਥੀਆ ਰਹਿਓ ਤਾਮ ਕਰ। ਇਧਰ ਰਾਮਦਾਸਪੁਰ ਵਿੱਚ ਅੰਮ੍ਰਿਤਸਰ ਵਿੱਚ ਪ੍ਰਿਥੀ ਚੰਦ ਘਰ ਬਣਾ ਕੇ ਆਪਦਾ ਪਹਿਲਾਂ ਤੋਂ ਰਹਿ ਰਿਹਾ ਹੈ। ਥੋੜੀ ਕੁਛ ਪੇਟ ਆਵੈ ਤਪਿਓ ਰਹਿ ਰਾਤ ਦਿਨ। ਤੇ ਇਹਨੂੰ ਇਹ ਸੀ
ਪ੍ਰਿਥੀ ਚੰਦ ਨੂੰ ਵੀ ਹੁਣ ਗੁਰੂ ਅਰਜਨ ਦੇਵ ਮਹਾਰਾਜ ਚਲੇ ਗਏ ਆ, ਸਰੋਵਰ ਬਣਿਆ, ਮਟਰਾ ਮਿਲ ਗਿਆ ਹੈ, ਸੇਵਾ ਹੋਈ ਹਾਈ ਮਿਲ ਗਈ ਸਭ। ਹਰਿਮੰਦਰ ਸਾਹਿਬ ਕਿੱਡਾ ਸੁੰਦਰ ਸਥਾਨ ਹੈ ਵੀ ਚੱਲ ਕੋਈ ਮੈਨੂੰ ਨਾ ਆਊ ਤੇ ਹਰਿਮੰਦਰ ਸਾਹਿਬ ਤਾਂ ਆਇਆ ਹੀ ਕਰੇ ਨਾ। ਪਰ ਆਉਣਾ ਕਿੰਨੇ ਸੀ ਸਾਧ ਸੰਗਤ ਜੀ, ਪੂਰੇ ਗੁਰ ਤੇ ਕਹਿੰਦੇ ਆ ਨਾ ਕਿ ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਤੋ ਇਹ ਕੱਚਾ ਹੈ, ਕਹਾਉਂਦਾ ਗੁਰੂ ਬਣਦਾ ਵੀ ਆਪਦੇ ਆਪ। ਤੇ ਸਿੱਖ ਜਿਹੜੇ ਜਾਣਦੇ ਇਹਦੀ ਚੰਗੀ ਤਰ੍ਹਾਂ ਕਰਨੀ ਕਿਹੋ ਜੀ ਤੇ ਕਹਿਣੀ ਕੀ ਹੈ ਤੇ ਕਰਨੀ ਕੀ ਹੈ, ਸ਼ੁਰੂ ਤੋਂ ਹੀ ਜਾਣਦੇ ਆ। ਗੁਰੂ ਅਰਜਨ ਦੇਵ ਮਹਾਰਾਜ ਨੇ ਬਾਕੀ ਕਹਿ ਦਿੱਤਾ ਸੀ, ਗੁਰੂ ਰਾਮਦਾਸ ਮਹਾਰਾਜ ਜੀ ਵੀ ਇਹ ਅਸੀਂ ਬਰਖਾਸਤ ਕੀਤਾ ਹੋਇਆ ਹੈ, ਇਹ ਪ੍ਰਿਥੀ ਚੰਦ, ਇਹਨੂੰ ਅਸੀਂ ਮੂੰਹ ਨਹੀਂ ਲਾਵਾਂਗੇ ਕਦੇ। ਤੋ ਸੰਗਤਾਂ ਜਾਣਦੀਆਂ ਗੱਲ ਸਾਰੀਆਂ। ਗੁਰੂ ਅਰਜਨ ਦੇਵ ਮਹਾਰਾਜ ਇੱਥੇ ਹੈ ਨਹੀਂ, ਅੰਮ੍ਰਿਤਸਰ ਸਾਹਿਬ ਸੰਗਤਾਂ ਆਉਂਦੀਆਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਦਰਸ਼ਨ ਕਰਨ ਵਾਸਤੇ। ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਪੁੱਛਦੇ, ਮਹਾਰਾਜ ਬਾਬਤ ਪਤਾ ਲੱਗ ਜਾਂਦਾ, ਦੱਸ ਦਿੰਦੇ ਸਿੱਖ ਵੀ ਉਹ ਤਾਂ ਗੁਰੂ ਕੀ ਵਡਾਲੀ ਚਲੇ ਗਏ ਆ, ਪ੍ਰਿਥੀ ਚੰਦ ਨੇ ਇਸ ਤਰ੍ਹਾਂ ਝਗੜਾ ਕੀਤਾ। ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੀਆਂ, ਇਸ਼ਨਾਨ ਕਰਦੀਆਂ ਬੜੇ ਚਾਅ ਨਾਲ ਸੰਗਤਾਂ। ਲਾਲਸਾ ਦਰਬ ਕੀ ਸਰਬ ਮੋਹਿ ਪੂਜੈ ਤੇ ਆਏ। ਪਰ ਪ੍ਰਿਥੀ ਚੰਦ ਤਪਿਆ ਹੀ ਰਹਿੰਦਾ, ਕਿਉਂਕਿ ਕੋਈ ਭੇਟ ਆਉਂਦੀ ਨਹੀਂ। ਸੰਗਤ ਓਨੇ ਕੀ ਜਿਹੜੇ ਪਹਿਲਾਂ ਜਿੰਨੇ ਕਿ ਇਹਨੂੰ ਮੰਨਦੇ ਸੀ ਨਾ, ਓਨੇ ਕੀ ਭੇਟ ਆਉਂਦੀ ਆ, ਕਿਉਂਕਿ ਪਖੰਡ ਗੁਰੂ ਦਾ ਤਾਂ ਮਾਇਆ ਕਰਕੇ ਕਰਦਾ ਨਾ, ਵੀ ਮਾਇਆ ਵੱਧ ਆਏਗੀ। ਕੋਈ ਆਉਂਦਾ ਨਹੀਂ ਇਹਨੂੰ, ਕੋਈ ਮੂੰਹ ਨਹੀਂ ਲਾਉਂਦਾ। ਤੇ ਉਹ ਹਰਿਮੰਦਰ ਸਾਹਿਬ ਦਾ ਸਥਾਨ ਵੀ ਮਿਲ ਗਿਆ, ਅੰਮ੍ਰਿਤਸਰ ਸਾਹਿਬ ਤੇ ਕਬਜ਼ਾ ਵੀ ਪੂਰਾ ਹੈ ਪ੍ਰਿਥੀ ਚੰਦ ਦਾ। ਪਰ ਸ਼ਾਂਤੀ ਕਿੱਥੋਂ ਮਿਲੇ, ਸੜਿਆ ਰਹਿੰਦਾ, ਤਪਿਆ ਰਹਿੰਦਾ ਹੈ। ਤੋ ਇਸੇ ਤਰ੍ਹਾਂ ਕਵੀ ਜੀ ਕਹਿੰਦੇ ਲਾਲਸਾ ਬਹੁਤ ਹੈ ਇਹਦੇ ਮਨ ਵਿੱਚ, ਪੈਸੇ ਦੀ ਮਾਇਆ ਇਕੱਠੀ ਹੋਵੇ, ਮੇਰੀ ਪੂਜਾ ਹੁੰਦੀ ਰਹੇ, ਸਰਬ ਮੋਹਿ ਪੂਜੈ ਆਏ। ਤੇ ਸਾਰੇ ਮੈਨੂੰ ਆ ਕੇ ਪੂਜਾ ਕਰਨ ਤੇ ਮੈਨੂੰ ਮੱਥਾ ਟੇਕਣ, ਮਾਇਆ ਚੜਾਇਆ ਕਰਨਾ। ਬਾਢੈ ਵਡਿਆਈ ਪਿਤ ਸਮਤਾ ਕੋ ਚਾਹੈ ਮਨ। ਤੇ ਮਨ ਵਿੱਚ ਚਾਹੁੰਦਾ ਪ੍ਰਿਥੀ ਚੰਦ ਵੀ ਮੇਰੀ ਵਡਿਆਈ ਐ ਹੋਵੇ ਜਿਵੇਂ ਮੇਰੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰਾਂ ਦੀ ਸੀਗੀ, ਪਰ ਉਹਨਾਂ ਵਰਗੀ ਕਰਨੀ ਕਿੱਥੇ ਇਹਦੇ ਪਾਸ। ਪਰ ਵਡਿਆਈ ਉਵੇਂ ਚਾਹੁੰਦਾ ਵੀ ਜਿਵੇਂ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਨੂੰ ਪੂਜਦੀਆਂ ਸਨ ਨਾ, ਮੈਨੂੰ ਵੀ ਸੰਗਤਾਂ ਉਸੇ ਤਰ੍ਹਾਂ ਪੂਜਿਆ ਕਰਨਾ। ਸੰਗਤਾਂ ਅਨੁਜ ਪਾਸ ਜਾਤ ਕੋ ਬਿਲੋਕੈ ਸੁਨੈ। ਤੇ ਜਦੋਂ ਸੁਣਦਾ ਨਾ, ਪੁੱਛਦਾ ਵੀ ਕੋਈ ਆਉਂਦਾ ਕਿਉਂ ਨਹੀਂ, ਹੁਣ ਤਾਂ ਇੱਥੇ ਸਾਰਾ ਕੁਝ ਹੈ, ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਮੈਂ ਬਹਿਨਾ। ਤੇ ਜਦੋਂ ਸੁਣਦਾ ਪੁੱਛਦਾ, ਸਿੱਖ ਦੱਸਦੇ ਆ ਇਹਦੇ ਚੇਲੇ ਚਾਪਟੇ, ਕਹਿੰਦੇ ਜੀ ਉਹ ਸੰਗਤਾਂ ਦਾ ਸਾਰੀਆਂ ਤੁਹਾਡੇ ਛੋਟੇ ਭਰਾ ਪਾਸ ਗਈਆਂ, ਵੀ ਅੱਗੇ ਅੰਮ੍ਰਿਤਸਰ ਸਾਹਿਬ ਨੂੰ ਸੰਗਤਾਂ ਦਾ ਹੜ੍ਹ ਆਉਂਦਾ ਸੀ, ਉਹ ਹੜ੍ਹ ਹੁਣ ਵਡਾਲੀ ਨੂੰ ਹੋ ਤੁਰਿਆ ਹੈ। ਤਿਆਂ ਤਿਆਂ ਬੜ੍ਹੈ ਕਰੋਧ ਯੁਤ ਈਰਖਾ ਕੋ ਬੋਧ ਬਿਨ। ਤੇ ਅਗਿਆਨੀ ਆ ਨਾ, ਫਿਰ ਗਿਆਨ ਤੋਂ ਹੈ ਨਹੀਂ ਵੀ ਮੇਰੇ ਭਰਾਤਾ ਕੇਵਲ ਭਰਾਤਾ ਨਹੀਂ, ਉਹ ਤਾਂ ਸੰਸਾਰ ਦੇ ਗੁਰੂ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਇਹ ਅਗਿਆਨੀ ਮੂਰਖ ਪ੍ਰਿਥੀ ਚੰਦ ਜਦੋਂ ਸੁਣਦਾ ਨਾ ਆਪਦਿਆਂ ਬੰਦਿਆਂ ਤੋਂ ਵੀ, ਪ੍ਰਿਥੀ ਚੰਦ ਨੂੰ ਦੱਸਦੇ ਆ ਵੀ ਸੰਗਤਾਂ ਤਾਂ ਹੋ ਤੁਰੀਆਂ ਸਾਰੀਆਂ ਵਡਾਲੀ ਨੂੰ, ਵਡਾਲੀ ਭਾਗ ਲੱਗੇ ਹੋਏ ਆ ਮਹਾਰਾਜ ਦੇ ਪਾਸ, ਸਭ ਸੰਗਤਾਂ ਇੱਥੋਂ ਕੋਈ ਨਹੀਂ ਆਉਂਦਾ ਅੰਮ੍ਰਿਤਸਰ ਸਾਹਿਬ, ਮੱਥਾ ਟੇਕ ਕੇ ਚਲੇ ਜਾਂਦੇ ਆ, ਤੁਹਾਡਾ ਕਿਹਨੇ ਦਰਸ਼ਨ ਕਰਨਾ। ਸੁਣ ਕੇ ਬੜਾ ਗੁੱਸੇ ਵਿੱਚ ਆਉਂਦਾ, ਲਾਲ ਪੀਲਾ ਹੁੰਦਾ, ਤੇ ਮਾੜੀ ਮੱਤ ਵਾਲਾ ਉਵੇਂ ਉਵੇਂ ਮਹਾਰਾਜ ਨਾਲ ਈਰਖਾ ਵੀ ਵਧਾ ਰਿਹਾ ਹੈ। ਜੈਸੇ ਪਟ ਬੀਜਣੋ ਚਾਹੈ ਤੋ ਰਾਵ ਬੀਜਨ। ਤੋ ਕਵੀ ਜੀ ਕਹਿੰਦੇ ਇਹ ਪ੍ਰਿਥੀ ਚੰਦ ਦੀ ਹਾਲਤ ਇਹੋ ਜਿਹੀ ਹੈ ਵੀ ਜਿਵੇਂ ਆ ਜੁਗਣੂ ਜੇ ਹੁੰਦੇ ਨਾ, ਕੌਡੀ ਕਟਿਆਣੇ ਜੇ, ਕਹਿੰਦੇ ਜਿਹੜਾ ਟਟਿਆਣਾ ਹੁੰਦਾ ਇਹ ਸੂਰਜ ਦੀ ਰੀਸ ਕਰਨੀ ਚਾਹਵੇ, ਆਖਿਆ ਵੀ ਮੈਨੂੰ ਮੇਰਾ ਜਸ ਮੇਰੀ ਵਡਿਆਈ ਸੂਰਜ ਵਾਂਗੂ ਹੋਵੇ। ਨਾ ਜਾਣੈ ਤੇਜ ਚੀਜਨੋ ਵਿਸ਼ਾਲਤਾ ਜਨਾਏ ਜਨ। ਪਰ ਹੁਣ ਸੂਰਜ ਵਰਗਾ ਤੇਜ ਤਾਂ ਨਹੀਂ ਨਾ ਹੈ ਇਹਦੇ ਪਾਸ। ਹੁਣ ਜੇ ਕੌਡੀ ਉਹ ਕਟਿਆਣਾ ਜਾਂ ਟਟਿਆਣਾ ਆਖੇ ਵੀ ਮੇਰੀ ਸੋਭਾ ਸੂਰਜ ਵਾਂਗੂ ਹੋਵੇ, ਉਹਦੀ ਕਿਵੇਂ ਹੋ ਸਕਦੀ, ਕਿਉਂਕਿ ਸੂਰਜ ਵਰਗੀ ਚਮਕ ਨਹੀਂ ਉਹਦੇ ਪਾਸ। ਤੇ ਜਦੋਂ ਫਿਰ ਇਹ ਰਾਤ ਨੂੰ ਤਾਂ ਜ਼ਰੂਰ ਆਫਰਿਆ ਫਿਰਦਾ ਵੀ ਮੈਂ ਬਹੁਤ ਚਾਨਣ ਕਰਦਾ ਹਾਂ, ਪਰ ਜਦੋਂ ਦਿਨ ਚੜ੍ਹਦਾ ਉਦੋਂ ਕੌਣ ਵੇਖਦਾ ਵੀ ਇਹ ਟਟਿਆਣੇ ਆ ਜਾਂ ਜੁਗਣੂ ਜੇ ਕਿੱਥੇ ਹੈ। ਇਹ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਟਟਿਆਣੇ ਵਰਗਾ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਵੀ ਜੀ ਕਹਿੰਦੇ ਸੂਰਜ ਵਰਗੇ ਵਿਸ਼ਾਲ ਹਨ, ਇਹਦੀ ਕੋਈ ਸੋਭਾ ਨਹੀਂ ਮਹਾਰਾਜ ਦੇ ਸਨਮੁਖ ਬਰਾਬਰੀ ਵਿੱਚ। ਪਤ ਸ਼ਾਹ ਪੰਚਮ ਪ੍ਰਪੰਚ ਕੋ ਨਰੰਚ ਜਾਣੈ। ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਜਿਹੜੇ ਥੋੜਾ ਮਾਤਰ ਵੀ ਪਖੰਡ ਨਹੀਂ ਜਾਣਦੇ, ਥੋੜਾ ਮਾਤਰ ਵੀ ਜਿਨ੍ਹਾਂ ਵਿੱਚ ਪਖੰਡ ਨਹੀਂ ਹੈ। ਸੋਧੋਈ ਸੁਭਾਵ ਰਹੇ ਗ੍ਰਾਮ ਤੇ ਸੁਜਾਏ ਕਰ। ਤੇ ਮਹਾਰਾਜ ਦਾ ਸੁਭਾਅ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸੁਭਾਅ ਬਿਲਕੁਲ ਕਵੀ ਜੀ ਕਹਿੰਦੇ ਸੁਧਾ ਸੁਭਾਅ ਸਤਿਗੁਰਾਂ ਦਾ। ਝਗੜਾ ਹੁੰਦਾ ਦਿਸਿਆ ਤੇ ਬਣੇ ਬੱਤਰੇ ਗੁਰੂ ਕੇ ਮਹਿਲ,
ਤੇ ਇਹ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦਾ ਸਰੋਵਰ, ਭਰੇ ਭੰਡਾਰੇ, ਲੰਗਰ ਸਭ ਕੁਝ ਛੱਡ ਕੇ ਮਹਾਰਾਜ ਕੇਵਲ ਆਪਦੇ ਵਰਤੋਂ ਜੋਗਾ ਸਮਾਨ ਲੈ ਕੇ ਤੇ ਗੁਰੂ ਕੀ ਵਡਾਲੀ ਜਾ ਚਲੇ ਗਏ। ਵੀ ਚਲੋ ਜੇ ਈਰਖਾ ਕਰਦਾ ਪ੍ਰਿਥੀ ਚੰਦ, ਇਹ ਸਥਾਨ ਕਰਕੇ ਈਰਖਾ ਕਰਦਾ ਤੇ ਸਥਾਨ ਲੈ ਲਵੇ। ਸੱਚੇ ਪਾਤਸ਼ਾਹ ਜੀ ਇਹੋ ਜਿਹੇ ਸਿੱਧੇ ਸੁਭਾਅ ਦੇ, ਸਰਲ ਸੁਭਾਅ ਦੇ ਗੁਰੂ ਗਰੀਬ ਨਵਾਜ ਵਡਾਲੀ ਜਾ ਠਹਿਰੇ ਹਨ। ਪਰ ਉਪਕਾਰ ਹੇਤ ਧਾਰਨ ਸਰੀਰ ਕਰਿਓ। ਕਿਉਂਕਿ ਕਵੀ ਜੀ ਕਹਿੰਦੇ ਸਤਿਗੁਰਾਂ ਨੇ ਤਾਂ ਆਪਦਾ ਸਰੀਰ ਪਰਉਪਕਾਰ ਕਰਨ ਵਾਸਤੇ ਧਾਰਿਆ ਹੈ। ਵੀ ਚਾਹੇ ਉਹ ਪਰਉਪਕਾਰ ਹਰਿਮੰਦਰ ਸਾਹਿਬ ਰਹਿ ਕੇ ਕਰੀ ਜਾਣ, ਜੇ ਇੱਥੇ ਪ੍ਰਿਥੀ ਚੰਦ ਈਰਖਾ ਕਰਦਾ ਲੈ ਸਾਂਭਲੇ। ਇਹਨੂੰ ਮਾਇਆ ਚਾਹੀਦੀ ਹੈ ਤੇ ਸੱਚੇ ਪਾਤਸ਼ਾਹ ਸੰਸਾਰ ਦੀ ਸੇਵਾ ਵਾਸਤੇ ਆਏ ਹੈ, ਸੰਸਾਰ ਦੇ ਭਲੇ ਵਾਸਤੇ ਅਵਤਰੇ ਹਨ। ਜਹਾਂ ਰਹੈ ਤਹਾਂ ਚਹੈ ਹਿਤ ਸਮੁਦਾਇ ਨਰ। ਤੇ ਗੁਰੂ ਗਰੀਬ ਨਵਾਜ ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ। ਸੱਚੇ ਪਾਤਸ਼ਾਹ ਜੀ ਸਭ ਦਾ ਭਲਾ ਲੋਚਦੇ ਆ। ਜੇ ਮਹਾਰਾਜ ਵਡਾਲੀ ਗਏ, ਸੱਚੇ ਪਾਤਸ਼ਾਹ ਜੀਆਂ ਇੱਥੇ ਵੀ ਉਵੇਂ ਹੀ ਰੌਣਕਾਂ ਕਰ ਦਿੱਤੀਆਂ, ਸਭ ਨੂੰ ਸੁੱਖ ਵਰਤਾਇਆ। ਗਰੀਬ ਨਵਾਜ ਸਭ ਦੇ ਮਨ ਇੱਛੇ ਜਿਹੜੇ ਵਾ ਫੁਰਨੇ ਪੂਰੇ ਕਰਦੇ ਰਹੇ। ਜੇ ਅੰਮ੍ਰਿਤਸਰ ਸਨ ਗਰੀਬ ਨਵਾਜ, ਇੱਥੇ ਵੀ ਮਹਾਰਾਜ ਨੇ ਸਭ ਦੀਆਂ ਮਨੋਕਾਮਨਾਵਾਂ ਪੂਰਨ ਕੀਤੀਆਂ। ਸਭ ਨੂੰ ਭਾਗ ਲਾਏ, ਜੋ ਆਵੈ ਸੋ ਰਾਜੀ ਜਾਏ, ਜੋ ਸਰਨ ਆਵੈ ਤਿਸ ਕੰਠ ਲਾਵੇ, ਉਹ ਬਿਰਧ ਸੁਆਮੀ ਸੰਦਾ। ਤੇ ਹੁਣ ਮਹਾਰਾਜ ਵਡਾਲੀ ਗਏ ਆ, ਇੱਥੇ ਵੀ ਸੱਚੇ ਪਾਤਸ਼ਾਹ ਸਭ ਦਾ ਸੁੱਖ ਮੰਗਦੇ ਆ, ਸੁੱਖ ਲੋਚਦੇ ਹਨ। ਪੁਰਬ ਕਰਾਏ ਤਾਮ ਬਾਸਬੇ ਕੋ ਅਭਿਰਾਮ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਪਹਿਲਾਂ ਵਡਾਲੀ ਜਾ ਕੇ ਸੰਗਤ ਦੇ ਤੇ ਆਪਦੇ ਰਹਿਣ ਵਾਸਤੇ ਘਰ ਪਵਾ ਲਏ ਹਨ। ਜੇਤੇ ਮੈਂ ਸੁਖੀਨ ਬਸੈ ਤੈਤੋ ਕੀਨ ਥਾਏ ਬਾਰ। ਵੀ ਓਨੀ ਕੁ ਥਾਂ ਵੜ ਲਈ ਆ ਮਹਾਰਾਜ ਨੇ ਇੱਥੇ ਵਡਾਲੀ ਪਿੰਡ ਵਿੱਚ ਜਾ ਕੇ, ਵੀ ਜਿੰਨੀ ਦੇ ਵਿੱਚ ਆਪਦਾ ਗੁਜ਼ਾਰਾ ਹੋ ਜਾਵੇ। ਛੋਟੇ ਛੋਟੇ ਘਰ ਪਾ ਲਏ ਆ, ਸੰਗਤਾਂ ਨੇ ਵੀ ਜਿਵੇਂ ਦੇ ਯਥਾ ਥਾਂ ਮਿਲਿਆ ਸੁੱਖ ਉਹੋ ਜਿਹਾ ਘਰ ਬਣਾ ਲਏ ਆ। ਮਹਾਰਾਜ ਨੇ ਓਨੀ ਕੁ ਥਾਂ ਵੜ ਲਈ, ਘਰ ਬਣਾ ਲਏ ਹਨ ਸੰਗਤਾਂ ਸਮੇਤ। ਗਏ ਸੰਗ ਲੋਕ ਜੇਈ ਬਸੈ ਕਰ ਓਕ ਤੇਈ। ਤੋ ਜਿੰਨੇ ਵੀ ਸੰਗਤਾਂ ਗਈਆਂ ਉੱਥੇ ਘਰ ਬਣਾ ਕੇ ਮਹਾਰਾਜ ਦੇ ਨਾਲ ਹੀ ਰਹਿਣ ਲੱਗੀਆਂ ਹਨ। ਗੁਰੂ ਕੀ ਸ਼ਰਨ ਮੈਂ ਅਸ਼ੋਕ ਸੁਖ ਪਾਏ ਔਰ। ਤੇ ਸਾਰੇ ਖੁਸ਼ ਹੈ, ਕਿਉਂਕਿ ਸਤਿਗੁਰਾਂ ਦੀ ਸ਼ਰਨ ਆ ਨਾ। ਸਾਧ ਸੰਗਤ ਜੀ ਹੁਣ ਵੱਡੇ ਮਹਿਲ ਮਾੜੀਆਂ, ਹੁਣ ਆਪਾਂ ਕਹਿ ਦਿੰਦੇ ਜੀ ਆ ਗੁਰੂ ਘਰ ਹੈ। ਗੁਰੂ ਘਰ ਤਾਂ ਹੈ ਖਾਲਸਾ ਜੀ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨਹੀਂ, ਮਹਾਰਾਜ ਦਾ ਸਤਿਕਾਰ ਨਹੀਂ, ਤੇ ਉਹ ਬਿਲਡਿੰਗਾਂ ਨੂੰ ਚੱਟਣਾ ਕਿਤੇ ਪੱਥਰ ਮਕਰਾਣੇ ਥੋੜਾ ਪਿਆ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਦਾ ਭਲਾ ਮਨਾਉਣ ਵਾਲੇ ਹੈ। ਤੇ ਸਿੱਖ ਮਹਾਰਾਜ ਦੀ ਸ਼ਰਨ ਵਿੱਚ ਸੌਖੇ ਹੈ। ਚਾਹੇ ਇੱਥੇ ਅੰਮ੍ਰਿਤਸਰ ਸ਼ਹਿਰ ਵਿੱਚ ਖਾਲਸਾ ਜੀ ਉਹਨਾਂ ਸਿੱਖਾਂ ਵੱਡੇ ਵਪਾਰੀ ਸਿੱਖ ਸੀ, ਵੱਡੇ ਵੱਡੇ ਚੁਬਾਰੇ ਸਨ, ਬੰਗਲੇ ਸਨ, ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹਿਰ ਛੱਡਿਆ ਤੇ ਸਿੱਖ ਨਾਲੇ ਹੀ ਚਲੇ ਗਏ। ਜਾਣਦੇ ਆ ਵੀ ਸਾਡੀ ਸੁਖੀ, ਸਾਡੀ ਜਿਹੜੀ ਖੁਸ਼ੀ ਹੈ ਨਾ, ਸਾਡਾ ਸੁੱਖ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਹੈ, ਪੱਕੀਆਂ ਮਕਾਨਾਂ ਵਿੱਚ ਨਹੀਂ, ਕੋਠੀਆਂ ਕਾਰਾਂ ਜਾਂ ਰਥਾਂ ਵਿੱਚ ਉਹਨਾਂ ਸਮਿਆਂ ਦੇ ਵਿੱਚ ਨਹੀਂ। ਉਹਨਾਂ ਜਾਣਿਆ ਵੀ ਸਾਡਾ ਆਨੰਦ ਸਤਿਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਹੈ। ਵਡਾਲੀ ਆ ਕੇ ਤੇ ਆਪਦਾ ਸਾਰਾ ਸਾਧ ਸੰਗਤ ਜੀ ਕਾਰੋਬਾਰ ਸਿੱਖਾਂ ਛੱਡ ਦਿੱਤਾ ਅੰਮ੍ਰਿਤਸਰ ਸਾਹਿਬ ਵਾਲਾ। ਵਡਾਲੀ ਆ ਕੇ ਕੱਚੀਆਂ ਕੁੱਲੀਆਂ ਵਿੱਚ ਰਹਿਣ ਲੱਗੇ। ਜਿਨ੍ਹਾਂ ਨੂੰ ਸਤਿਗੁਰਾਂ ਨਾਲ ਪ੍ਰੇਮ ਹੈ, ਸਤਿਗੁਰਾਂ ਦੇ ਚਰਨਾਂ ਦੀ ਸ਼ਰਧਾ ਹੈ ਸੀ। ਪੁਨ ਲਗਵਾਇ ਕੂਪ ਮਹਿਮਾ ਅਨੂਪ ਭਨੀ। ਤੋ ਸੱਚੇ ਪਾਤਸ਼ਾਹ ਜੀ ਫਿਰ ਖਾਲਸਾ ਜੀ ਇੱਥੇ ਖੂਹ ਲਵਾਇਆ। ਉਹ ਛਿਹਾਟਾ ਸਾਹਿਬ ਦਾ ਸਥਾਨ ਜਿਹੜਾ ਨਾ 6 ਹਰਟਾਂ ਵਾਲਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਕਿਉਂਕਿ ਪਰਉਪਕਾਰੀ ਹੈ ਨਾ। ਇੱਥੇ ਪਾਣੀ ਤੋਂ ਲੋਕ ਬਹੁਤ ਔਖੇ ਸੀ, ਬੜੀ ਦੂਰੋਂ ਲਿਆਉਣਾ ਪੈਂਦਾ ਸੀ ਜਲ ਸੰਗਤ ਨੂੰ, ਇੱਥੋਂ ਦੇ ਲੋਕਾਂ ਨੂੰ, ਛਾਟੇ ਦੇ ਇੱਧਰਲੇ ਵਡਾਲੀ ਵਾਲੇ ਵਾਸੀਆਂ ਨੂੰ। ਲਾਗੇ ਪਿੰਡਾਂ ਵਿੱਚ ਕੋਈ ਖੂਹ ਹੈ ਨਹੀਂ ਸੀ। ਤੋ ਸਤਿਗੁਰਾਂ ਨੂੰ ਬੇਨਤੀ ਕੀਤੀ ਸੰਗਤ ਨੇ, ਤੇ ਹਜ਼ੂਰ ਨੇ ਸੱਚੇ ਪਾਤਸ਼ਾਹ ਜੀਆਂ ਜਾਂਦਿਆਂ ਸਾਰ ਫਿਰ ਇੱਥੇ ਇੱਕ ਖੂਹ ਲਵਾ ਕੇ ਦਿੱਤਾ ਹੈ। ਨਾਮ ਹੈ ਛਿਹਰਟਾ ਜੋ ਸੁਲਗ ਜਾਨੀਐ। ਕਵੀ ਜੀ ਕਹਿੰਦੇ ਹੁਣ ਤੀਕਰ ਭਾਈ ਉਹ ਜਾਣਿਆ ਜਾਂਦਾ ਹੈ। 6 ਹਰਟਾਂ ਵਾਲਾ ਖੂਹ, ਉਹ ਆਮ ਖੂਹ ਦੇ ਇੱਕ ਹਰਟ ਸਾਧ ਸੰਗਤ ਦੀ ਚੱਲਦੀ ਹੈ, ਟਿੰਡਾਂ ਫਸੀਆਂ ਉਹਦੇ ਹਰਟ ਵਿੱਚ, ਇੱਕ ਹਰਟ ਚੱਲਦੀ ਸਾਰੇ ਖੂਹਾਂ 'ਚ। ਉੱਥੇ ਮਹਾਰਾਜ ਨੇ 6 ਹਰਟਾਂ 6ਵੇਂ ਪਾਤਸ਼ਾਹ ਦੇ ਅਵਤਾਰ ਦੀ ਹੋਣ ਦੀ ਯਾਦ ਵਿੱਚ ਇੱਥੇ ਪ੍ਰਸੰਗ ਜਿਹੇ ਆ ਰਿਹਾ। ਉਹ ਮਹਾਰਾਜ ਦੇ ਅਵਤਾਰ ਤੇ ਲਵਾਇਆ ਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਨਾ, ਜਿਹੜਾ ਖੂਹ ਲਵਾਇਆ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਵਡਾਲੀ ਹੋਇਆ। ਉੱਥੇ ਭੋਰਾ ਸਾਹਿਬ ਦਾ ਸਥਾਨ ਆ, ਦਰਸ਼ਨ ਕੀਤੇ ਹੋਏ ਆ, ਸ਼ਾਇਦ ਆਪ ਨੇ ਵੀ ਕੀਤੇ। ਨਗਰ ਦੇ ਵਿੱਚ ਸਥਾਨ ਹੈ। ਉੱਥੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਵਤਾਰ ਧਾਰਿਆ ਸੀਗਾ। ਤੇ ਅਵਤਾਰ ਧਾਰਨ ਦੀ ਖੁਸ਼ੀ ਵਿੱਚ ਸੰਗਤਾਂ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਪਾਣੀ ਦੀ ਬਹੁਤ ਕਮੀ ਹੈ ਇੱਥੇ। ਤੇ ਹਜ਼ੂਰ ਨੇ ਇੱਥੇ ਫਿਰ ਖੂਹ ਲਵਾ ਕੇ ਦਿੱਤਾ ਸੀ। ਉਹਦੇ 'ਚ 6 ਹਰਟਾਂ ਚਲਾਈਆਂ।
ਕਵੀ ਜੀ ਕਹਿੰਦੇ 6 ਹਰਟਾਂ ਵਾਲਾ ਖੂਹ, ਜਿਸ ਦੀ ਯਾਦ ਵਿੱਚ ਉਹ ਛਿਹਾਟਾ ਸਾਹਿਬ ਪਾਵਨ ਸਥਾਨ ਅੱਜ ਵੀ ਜਿਹੜਾ ਜਾਣਨਾ ਕਰੋ ਮੌਜੂਦ ਹੈ। ਮੱਜਨ ਜੋ ਕਰੈ ਨਰ ਪਾਪਨ ਸੁਪਾਰ ਹਰ। ਤੇ ਜਿਹੜਾ ਇਸ ਖੂਹ ਦਾ ਇਸ਼ਨਾਨ ਕਰਦਾ ਨਾ, ਉਹ ਪਾਪਾਂ ਤੋਂ ਤਾਰਿਆ ਜਾਂਦਾ ਹੈ। ਉਹਦੇ ਸਾਧ ਸੰਗਤ ਜੀ, ਖੂਹ ਦੇ ਖੱਬੇ ਹੱਥ ਸਰੋਵਰ ਹੈ, ਖੂਹ ਦਾ ਜਲ ਸਰੋਵਰ ਵਿੱਚ ਪੈਂਦਾ ਰਹਿੰਦਾ, ਪਾਇਆ ਜਾਂਦਾ। ਵੈਸੇ ਵੀ ਉਹ ਇਸ਼ਨਾਨ ਹੁਣ ਸਰੋਵਰ ਦਾ ਕਰ ਲਓ, ਖੂਹ ਦਾ ਇਸ਼ਨਾਨ ਇੱਕੋ ਹੀ ਹੈ। ਤੋ ਕਵੀ ਜੀ ਕਹਿੰਦੇ ਉਹ ਇਸ਼ਨਾਨ ਕਰੇ ਕੋਈ ਭਾਈ ਖੂਹ ਦਾ, ਮਹਾਰਾਜ ਦੇ ਵਰਦਾਨ ਹੋਏ, ਬੜੀ ਮਹਿਮਾ ਉਸ ਪਾਵਨ ਸਥਾਨ ਦੀ। ਜੰਮਣ ਮਰਨ ਦੀ ਫਾਹੀ ਕੱਟਦਾ ਉਹਦਾ ਜਲ, ਤੋ ਪਾਪਾਂ ਤੋਂ ਰਹਿਤ ਕਰ ਦਿੰਦਾ ਹੈ। ਜਿਉ ਜੋਗ ਹੋਇ ਸਵਰਗ ਕੋ ਸਗਲ ਸੁਖ ਦਾਨੀਐ ਤੇ ਹੈ। ਸਾਰੇ ਸੁੱਖਾਂ ਦੇ ਦੇਣ ਵਾਲਾ ਖੂਹ ਦਾ ਜਲ ਹੈ, ਮਹਾਰਾਜ ਦਾ ਵਰਦਾਨ ਹੋਇਆ, ਤੇ ਸਵਰਗ ਦੇ ਸੁੱਖ ਦੇਣ ਵਾਲਾ ਹੈ। ਮਾਸ ਮਾਸ ਪ੍ਰਾਤ ਈਸ਼ ਨਨ ਏ ਮਥਾਨ ਆਨ। ਤੋ ਮਹਾਰਾਜ ਕਹਿੰਦੇ ਕੋਈ ਮਹੀਨੇ ਦੇ ਮਹੀਨੇ ਭਾਈ ਇਸ ਜਿਹੜਾ ਵਾ ਸਥਾਨ ਪਾਵਨ ਪਵਿੱਤਰ ਛਿਹਾਟਾ ਸਾਹਿਬ ਤੋਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਦਾ ਵਰ ਹੋਇਆ ਵੀ ਮਹੀਨੇ ਦੇ ਮਹੀਨੇ ਕੋਈ ਇਸ ਸਥਾਨ ਤੇ ਇਸ਼ਨਾਨ ਕਰੇ। ਨੰਦਨ ਆਨੰਦ ਲਹਿ ਨਾਰੀ ਦੁਖ ਦਾਨੀਐ ਹੈ। ਤੇ ਜੇ ਕੋਈ ਉਹ ਕਿਸੇ ਦੇ ਘਰ ਪੁੱਤਰ ਹੈ ਨਹੀਂ, ਕਿਉਂਕਿ 6ਵੇਂ ਪਾਤਸ਼ਾਹ ਦੇ ਅਵਤਾਰ ਤੇ ਮਹਾਰਾਜ ਨੇ ਖੂਹ ਲਵਾਇਆ ਤੇ ਵਰਦਾਨ ਦਿੱਤਾ ਭਾਈ ਇਸ ਦਾ ਇਸ਼ਨਾਨ ਕਰੇ ਕੋਈ ਮਹੀਨੇ ਦੇ ਮਹੀਨੇ। ਤੋ ਜੇ ਕਿਸੇ ਦੇ ਘਰ ਪੁੱਤਰ ਨਹੀਂ ਤੇ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ। ਵਰਦਾਨ ਸਤਿਗੁਰਾਂ ਦਾ ਸੁਖ ਦੇਣ ਵਾਲਾ ਸਥਾਨ ਹੈ। ਬਾਸ਼ਤ ਅਪਰ ਲਹਿ ਦੋਸ਼ਣ ਕੋਦਾ ਹੈ ਨਾਰ। ਤੋ ਮਨ ਬਾਸ਼ਤ ਫਲ ਪ੍ਰਾਪਤ ਹੋਣਗੇ, ਔਗਣ ਸਾਰੇ ਕੱਟੇ ਜਾਵਣਗੇ। ਸਤਿਗੁਰ ਸ਼ਰਦਾ ਬਿਲੰਦ ਹੋਏ ਮਾਨੀਐ ਹੈ। ਪਰ ਉਹਦਾ ਕਾਰਨ ਉਹ ਫਲ ਮਿਲੇਗਾ ਤਾਂ ਮਹਾਰਾਜ ਕਹਿੰਦੇ ਸਤਿਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਸ਼ਰਧਾ ਹੋਣੀ ਚਾਹੀਦੀ ਆ, ਫਿਰ ਪ੍ਰਾਪਤ ਹੋਵੇਗਾ। ਕਬਿਤ ਆਏ ਦੇਸ਼ ਦੇਸ਼ ਤੇ ਵਿਸ਼ੇਸ਼ ਲੈ ਉਪਾਇਨ ਕੋ। ਉਹ ਇੱਥੇ ਸਾਧ ਸੰਗਤ ਦੀ ਸਮਾਂ ਹੋਇਆ, ਸਮਾਪਤੀ ਹੈ। ਅਗਲੀ ਕਥਾ ਕੁਲ ਕੱਲ ਦੇ ਦੀਵਾਨ ਵਿੱਚ ਵਿਚਾਰ ਲਵਾਂਗੇ। ਤੋ ਇਹ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ। ਤੋ ਨਾਲ ਨਾਲ ਇਹ ਸਾਧ ਸੰਗਤ ਜੀ ਆਪ ਜੀ ਨੂੰ ਇਹ ਕਥਾ ਦਾ ਲਾਭ ਇਹ ਹੈ ਕਿ ਸਥਾਨਾਂ ਦੀ ਮਹਿਮਾ ਦਾ ਪਤਾ ਲੱਗਦਾ ਹੈ। ਉਹਦਾ ਇਤਿਹਾਸ ਤਾਂ ਲੱਗਦਾ ਹੀ ਲੱਗਦਾ ਪਤਾ, ਪਰ ਉਹਦੇ ਹੋਏ ਹੋਏ ਵਰਦਾਨ ਪਤਾ ਲੱਗਦੇ ਹੈ, ਉਹਦਾ ਮਹਾਤਮ ਪਤਾ ਲੱਗਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਧ ਸੰਗਤ ਜਦੋਂ ਇੱਧਰ ਗਏ ਸੀ ਨਾ, ਪਹਿਲਾਂ ਵੀ ਗਏ ਸੀ ਸੱਚੇ ਪਾਤਸ਼ਾਹ, ਕਿਉਂਕਿ ਅੰਮ੍ਰਿਤਸਰ ਸਾਹਿਬ ਲਾਗੇ ਸੀ। ਤੇ ਇੱਥੇ ਸਾਧ ਸੰਗਤ ਜੀ ਮਹਾਰਾਜ ਨੇ ਆਖਿਆ ਸੀ ਵੀ 21 ਅਸੀਂ ਖੂਹ ਲਵਾਵਾਂਗੇ। ਇਸ ਇਲਾਕੇ ਵਿੱਚ ਪਾਣੀ ਹੈ ਨਹੀਂ ਸੀ। ਤੋ ਬਾਬਾ ਮੋਹਰੀ ਜੀਆਂ ਦੀ ਯਾਦ ਵਿੱਚ, ਬਾਬਾ ਮੋਹਨ ਜੀਆਂ ਦੀ ਯਾਦ ਵਿੱਚ, ਸ਼ਾਇਦ ਗੁਰੂ ਅਮਰਦਾਸ ਮਹਾਰਾਜ ਦੇ ਦੋਵੇਂ ਸਾਹਿਬਜ਼ਾਦਿਆਂ 'ਚੋਂ ਇੱਕ ਸਾਹਿਬਜ਼ਾਦੇ ਦੀ ਯਾਦ ਵਿੱਚ ਪਹਿਲਾ ਖੂਹ ਲਵਾਇਆ ਸੀ। ਉਹ ਇੱਕ ਪਾਸੇ ਹੈ ਨਗਰ ਦੇ ਉਰਲੇ ਪਾਸੇ, ਉਹ ਸ਼ਾਇਦ ਬਾਬਾ ਮੋਹਨ ਜੀ ਦੀ ਯਾਦ ਵਿੱਚ ਕਿ ਬਾਬਾ ਮੋਹਰੀ ਜੀ ਦੀ ਯਾਦ ਵਿੱਚ ਵਿਸਰ ਗਿਆ। ਅੱਛਾ, ਤੇ ਇੱਕ ਖੂਹ ਉੱਥੇ ਲਵਾਇਆ, ਇੱਕ ਹਰਟ ਚਲਾਈ ਮਹਾਰਾਜ ਨੇ ਉਹਦੇ ਵਿੱਚ। 21 ਹਰਟਾਂ ਦਾ ਸਤਿਗੁਰਾਂ ਨੇ ਆਖਿਆ ਸੀ ਨਾ ਵੀ ਅਸੀਂ 21 ਖੂਹ ਲਵਾਵਾਂਗੇ ਇੱਥੇ। ਫਿਰ ਮਹਾਰਾਜ ਨੇ ਇੱਕ ਹੋਰ ਖੂਹ ਲਵਾਇਆ 2, ਪਹਿਲੇ ਵਿੱਚ ਇੱਕ ਹਰਟ ਚਲਾਈ। ਤੇ ਇਹ ਪਿਰਥੀ ਚੰਦ ਸਾਧ ਸੰਗਤ ਜੀ ਮਹਾਰਾਜ ਨਾਲ ਈਰਖਾ ਕਰਦਾ ਸੀ। ਇਹਨੇ ਰੌਲਾ ਪਵਾ ਦਿੱਤਾ ਸੀ, ਕਹਿੰਦਾ ਇਹਨਾਂ ਲੋਕਾਂ ਨੂੰ ਵੀ ਤੁਹਾਡੇ ਜ਼ਮੀਨਾਂ 'ਚ ਗੁਰੂ ਅਰਜਨ ਦੇਵ ਮਹਾਰਾਜ ਖੂਹ ਲਵਾਈ ਜਾਂਦੇ ਤੇ ਤੁਹਾਡੀ ਜ਼ਮੀਨ 'ਤੇ ਕਬਜ਼ਾ ਕਰ ਲੈਣਾ। ਵੇਖੋ ਸਿੱਖ ਵੀ ਆ ਗਏ ਹੈ ਤੇ ਇੱਥੇ ਨਗਰ ਵਸਾ ਕੇ ਰਹਿਣ ਲੱਗੇ ਤੇ ਤੁਹਾਡੇ ਜ਼ਮੀਨਾਂ ਆਬਾਦ ਕਰਕੇ ਤੇ ਮਹਾਰਾਜ ਨੇ ਕਬਜ਼ਾ ਕਰ ਲੈਣਾ। ਉਹ ਫਿਰ ਉੱਥੋਂ ਦੇ ਨਗਰ ਕੁਝ ਇਤਰਾਜ਼ ਕਰਨ ਲੱਗ ਗਏ ਸੀ, ਅਜੇ ਮਹਾਰਾਜ ਖੂਹ ਲਵਾ ਹੀ ਰਹੇ ਸੀ। ਸੱਚੇ ਪਾਤਸ਼ਾਹ ਜੀ ਜਾਣ ਗਏ ਵੀ ਇਹਨਾਂ ਨੇ ਚਲੋ ਇਸ ਤਰ੍ਹਾਂ ਖੂਹ ਨਹੀਂ ਲਾਉਣ ਦੇਣੇ। ਪਿਰਥੀ ਚੰਦ ਦੀ ਖੁਟਿਆਈ ਹੈ, ਇਹਦਾ ਪ੍ਰਭਾਵ ਵੀ ਬਹੁਤ ਸੀ ਕਿਉਂਕਿ ਸਰਕਾਰੇ ਦਰਬਾਰੇ ਚੱਲਦੀ ਸੀ ਪਿਰਥੀ ਚੰਦ ਦੀ। ਫਿਰ ਸੱਚੇ ਪਾਤਸ਼ਾਹ ਜੀ ਤੋਂ ਦੂਜਾ ਖੂਹ ਲਵਾਇਆ, ਉਹਦੇ ਵਿੱਚ 2 ਹਰਟਾਂ ਮਹਾਰਾਜ ਨੇ ਪਾ ਦਿੱਤੀਆਂ, 3 ਹੋ ਗਈਆਂ। ਤੇ ਤੀਜੇ ਖੂਹ ਵਿੱਚ ਫਿਰ 3 ਹਰਟਾਂ, ਇਸ ਤਰ੍ਹਾਂ 6। ਤੋਂ ਚੌਥੇ ਖੂਹ ਦੇ ਵਿੱਚ ਖਾਲਸਾ ਜੀ 4 ਹਰਟਾਂ 10। ਤੇ ਫਿਰ ਮਹਾਰਾਜ ਨੇ 5ਵਾਂ ਖੂਹ ਲਵਾਇਆ। ਉਹ 5ਵੇਂ ਖੂਹ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ 5 ਹਰਟਾਂ ਪਵਾਈਆਂ। 15 21 ਖੂਹ ਲਵਾਉਣ ਦਾ ਮਹਾਰਾਜ ਨੇ ਵਾਅਦਾ ਕੀਤਾ ਸੀ, ਬਚਨ ਵੀ ਪੂਰਾ ਕਰਤਾ। 6ਵਾਂ ਖੂਹ ਲਵਾਇਆ ਸੀ, ਆਖਰੀ ਖੂਹ ਜਿਹੜਾ ਛਿਹਾਟਾ ਸਾਹਿਬ ਦਾ। ਉੱਥੇ ਮਹਾਰਾਜ ਨੇ 6 ਹਰਟਾਂ ਪਵਾ ਕੇ 21 ਮਾਲਾਂ ਚਲਾ ਦਿੱਤੀਆਂ ਸੀ ਹਜ਼ੂਰ ਨੇ, ਵੀ 6 ਬਚਨ ਵੀ ਪੂਰਾ ਕਰ ਦਿੱਤਾ। ਖੂਹ 6 ਹੀ ਲਵਾਏ, ਪਹਿਲੇ 'ਚ 1, ਦੂਜੇ 'ਚ 2, ਤੀਜੇ 'ਚ 3, ਚੌਥੇ 'ਚ 4, 5ਵੇਂ 'ਚ 5 ਤੇ 6ਵੇਂ 'ਚ 6। 6 ਹਰਟਾਂ ਮਹਾਰਾਜ ਨੇ ਅਖੀਰਲੇ ਖੂਹ 'ਚ ਪਵਾ ਕੇ ਤੇ ਚਲਾ ਦਿੱਤੀਆਂ 21 ਮਾਲਾਂ। 21 ਖੂਹ ਦਾ ਵੀ ਮਹਾਰਾਜ ਨੇ ਪੂਰਾ ਕਰ ਦਿੱਤਾ, 21 ਹਰਟਾਂ ਚਲਾ ਕੇ ਵੀ 21 ਖੂਹ ਵੀ ਪੂਰੇ ਕਰ ਦਿੱਤੇ। ਖੂਹ 6 ਹੀ ਲੱਗੇ ਸੀ।
ਬਾਬਾ ਮੋਹਨ ਜੀ ਵਾਲਾ ਜਾਂ ਬਾਬਾ ਮੋਹਰੀ ਵਾਲਾ ਪਹਿਲਾ ਖੂਹ ਦੱਸਦੇ ਹੈ ਆ। ਤੇ ਇੱਥੇ ਸਾਧ ਸੰਗਤ ਜੀ ਦੂਸਰਿਆਂ ਦਾ ਕੋਈ ਦਰਸ਼ਨ ਨਹੀਂ ਕੀਤੇ ਸ਼ਾਇਦ ਹੋਣ। ਛਾਟਾ ਸਾਹਿਬ ਦੇ ਤਾਂ ਆਪਾਂ ਸਾਰਿਆਂ ਕੀਤੇ ਆ, ਨਾ ਸੰਭਾਲਣ ਕਾਰਨ ਹੋ ਸਕਦਾ ਉਹ ਨਾ ਰਹੇ ਹੋਣ। ਤੇ ਇਹ ਜਿਹੜਾ ਗੁਰੂ ਕੀ ਵਡਾਲੀ ਨਗਰ ਹੈ, ਇਹਦੇ ਸਾਧ ਸਿੰਘ ਨਗਰ ਦੇ ਚੜ੍ਹਦੇ ਵਾਲੇ ਪਾਸੇ, ਇਹਦਾ ਮੂੰਹ ਲਹਿੰਦੇ ਵਾਲੇ ਪਾਸੇ ਸੜਕ ਲੰਘਦੀ ਹੈ ਨਾ, ਤੇ ਚੜ੍ਹਦੇ ਵਾਲੇ ਪਾਸੇ ਨਗਰ ਦੇ ਇੱਕ ਸ਼ਹੀਦਾਂ ਦਾ ਸਥਾਨ ਬਣਿਆ ਹੋਇਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਮੇਂ ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜਿਹੜੇ ਖੂਹ ਲਵਾਏ ਸੀ, ਉਹਦੀਆਂ ਇੱਟਾਂ ਪੱਕੀਆਂ ਲਾਉਣ ਵਾਸਤੇ ਆਵੇ ਵੀ ਇਸੇ ਪਿੰਡ 'ਚ ਹੀ ਲਾਏ ਸੀ ਸਤਿਗੁਰਾਂ ਨੇ। ਉਹ ਆਵੇ ਜਿਹੜੇ ਲਾਏ ਹਜ਼ੂਰ ਨੇ, ਉਹ ਹੁਣ ਤਾਂ ਉੱਥੇ ਆਵਿਆਂ ਦਾ ਨਿਸ਼ਾਨ ਤਾਂ ਨਹੀਂ ਹੈ। ਤੇ ਬਾਅਦ ਵਿੱਚ ਜਦੋਂ ਪਿਰਥੀ ਚੰਦ ਝਗੜਾ ਕਰਦਾ ਸੀ, ਵਾਰ-ਵਾਰ ਇੱਧਰ ਗੇੜੇ ਮਾਰਦਾ ਸੀ, ਆਪਦੇ ਮਸੰਦਾਂ ਨੂੰ ਭੇਜਦਾ ਸੀ, ਤੇ ਸੰਗਤ ਉੱਥੇ ਕਹਿਣ ਲੱਗੀ ਵੀ ਮਹਾਰਾਜ ਇਹ ਤਾਂ ਸਥਾਨ ਰਹਿਣ ਨਹੀਂ ਦੇਣਾ, ਇੱਟਾਂ ਆਦਿ ਕੇ ਆਵੇ ਇਹ ਚੁੱਕ ਲਵੇਗਾ ਪਿਰਥੀ ਚੰਦ। ਤੇ ਹਜ਼ੂਰ ਨੇ ਆਖਿਆ ਸੀ ਨਹੀਂ, ਇੱਥੇ ਜਿਹੜਾ ਇੱਧਰ ਬੁਰੀ ਨਜ਼ਰ ਵੇਖੇਗਾ ਉਹਦਾ ਨਿਬੇੜਾ ਆਪੇ ਹੀ ਇਹ ਕਰਿਆ ਕਰੇਗਾ ਸਥਾਨ। ਮਹਾਰਾਜ ਨੇ ਸ਼ਹੀਦਾਂ ਦਾ ਪਹਿਰਾ ਲਾਇਆ ਸੀ। ਉਹ ਸ਼ਹੀਦਾਂ ਦਾ ਸਥਾਨ ਅਜੇ ਵੀ ਉੱਥੇ ਮਰਨ ਇੱਕ ਮੋੜੀ ਗੱਡੀ ਸੀ, ਉਹ ਟਾਹਲੀ ਬੇਰੀ ਹੈ, ਉਹ ਬੇਰੀ 5-10 ਮੁੱਢ ਹੋ ਕੇ ਬਹੁਤ ਵੱਡੀ, ਉਹਦੇ ਨਾਲ ਇੱਕ ਸਰੋਵਰ ਬਣਿਆ ਹੋਇਆ। ਜੇ ਕਿਸੇ ਨੂੰ ਸੋਕੇ ਦਾ ਰੋਗ ਹੋਵੇ ਤੇ ਉਹ ਸਰੋਵਰ ਵਿੱਚ ਇਸ਼ਨਾਨ ਕਰੇ, ਉਹਦਾ ਸੋਕੜਾ ਨਾਸ਼ ਹੁੰਦਾ। ਉੱਥੇ ਬੇਰੀ ਲੱਗੀ ਹੋਈ ਹੈ, ਬਹੁਤ ਵੱਡਾ ਉਹਦਾ ਮੁੱਢ ਖੜਾ ਹੋਇਆ, ਬੇਰੀ ਵੀ ਕਾਫੀ ਫਲੀ ਭੂਤ ਹੈ। ਤੇ ਇੱਕ ਸਾਧ ਸੰਗਤ ਜੀ ਇੱਥੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਮਾਤਾ ਗੰਗਾ ਜੀ ਗਏ ਸੀ, ਇੱਥੇ ਉਹ ਆਇਆ ਨਹੀਂ, ਸ਼ਾਇਦ ਪ੍ਰਸੰਗ ਅੱਗੇ ਆਵੇਗਾ। ਇੱਕ ਸਿੱਖ ਸੀ ਮਾਤਾ ਗੰਗਾ ਜੀ ਦੇ ਨਾਲ, ਬਾਬਾ ਬੁੱਢਾ ਸਾਹਿਬ ਜੀ ਆਖਿਆ ਸੀ ਆਇਆਂ ਨੂੰ ਵੀ ਕਿੱਧਰ ਭਾਜੜ ਪੈ ਗਈ ਗੁਰੂ ਕਿਆਂ ਨੂੰ। ਤੇ ਬਾਬਾ ਬੁੱਢਾ ਸਾਹਿਬ ਜੀ ਸੁਤੰਤਰ ਸਨ ਮਹਾਂਪੁਰਸ਼। ਉਹ ਸਿੱਖ ਬਹੁਤ ਕੌੜਾ ਵੇਖੇ ਵੀ ਇਹ ਕੌਣ ਹੁੰਦੇ ਆ ਮਹਾਰਾਜ ਦੇ ਘਰ ਨੂੰ ਐਂ ਬੋਲਣ ਵਾਲੇ। ਉਹ ਕਿਉਂਕਿ ਕਈ ਬਣ ਜਾਂਦੇ ਨਾ ਵੀ ਅਸੀਂ ਸ਼ਾਇਦ ਵੱਡੇ ਸਿੱਖ ਹਾਂ, ਉਹਨੂੰ ਵੀ ਇਸ ਤਰ੍ਹਾਂ ਸੀ। ਤੇ ਬਾਬਾ ਬੁੱਢਾ ਸਾਹਿਬ ਜੀ ਵੱਲ ਭੈੜਾ ਵੇਖੇ, ਉਹ ਜਾਣ ਗਏ ਮਨ ਦੀ, ਕਹਿੰਦੇ ਵੀ ਗੁਰੂ ਕੇ ਜਾਣੀ ਅਸੀਂ ਜਾਣੀ, ਤੂੰ ਕਿਉਂ ਆਂਦੇ ਸੂਰ ਵਾਂਗੂ ਨਾਸਾਂ ਅੱਡੀ ਜਾਂਦਾ। ਤੇ ਮੁੜ ਕੇ ਚਰਨੀ ਪੈ ਗਿਆ, ਪਤਾ ਸੀ ਵੀ ਇਹਨਾਂ ਦਾ ਬਚਨ ਪੂਰਾ ਹੋਣਾ। ਤੇ ਕਹਿੰਦਾ ਮਹਾਰਾਜ ਹੁਣ ਸੂਰ ਤਾਂ ਬਣਾਤਾ ਤੇ ਉਧਾਰਾ ਵੀ ਕਰੋ। ਕਹਿੰਦੇ ਫਿਰ ਜਿਹੜਾ ਮਾਤਾ ਗੰਗਾ ਜੀ ਦੇ ਕੁੱਖੋਂ ਪੈਦਾ ਹੋਵੇਗਾ ਉਹੀ ਤੁਹਾਡਾ ਉਧਾਰਾ ਕਰੇਗਾ। ਇਹ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਉੱਥੇ ਸਥਾਨ ਦੀ ਇਹ ਘਟਨਾ ਹੈ। ਫਿਰ ਜਦੋਂ ਸਾਧ ਸੰਗਤ ਜੀ ਸੂਰ ਬਣੇ ਅਗਲੇ ਜਾਮੇ ਵਿੱਚ, ਉੱਧਰੋਂ 6ਵੇਂ ਪਾਤਸ਼ਾਹ ਭਰ ਜੋਬਨ ਵਿੱਚ ਸਨ, ਤਖਤ ਦੇ ਮਾਲਕ ਸਨ। ਤੇ ਮਹਾਰਾਜ ਗੁਰੂ ਕੀ ਵਡਾਲੀ ਇੱਥੇ ਆਇਆ ਕਰਦੇ। ਇਹ ਸੰਗਤਾਂ ਗਈਆਂ ਉੱਥੇ, ਕਹਿੰਦੇ ਮਹਾਰਾਜ ਇੱਕ ਸੂਰ ਬਹੁਤ ਤੰਗ ਕਰਦਾ ਹੈ, ਬੜੇ ਮਾਰਲੇ ਪਾਸੇ ਜੰਗਲੀ ਸੂਰ, ਪਰੇ ਹੱਥੀ ਨਹੀਂ ਆਉਂਦਾ, ਨਾ ਫੜਿਆ ਜਾਂਦਾ। ਗਰੀਬ ਨਵਾਜ ਦਾ ਜਾਣਦੇ ਸੀ ਵੀ ਉਹੀ ਆ ਬਾਬਾ ਬੁੱਢਾ ਸਾਹਿਬ ਜੀ ਦਾ ਬਣਾਇਆ। ਮਹਾਰਾਜ ਕਹਿੰਦੇ ਅਸੀਂ ਆਵਾਂਗੇ। ਹਜ਼ੂਰ ਫਿਰ ਇੱਥੇ ਆਏ ਤੇ ਮਹਾਰਾਜ ਨੇ ਫਿਰ ਇੱਥੇ ਘੋੜੇ ਤੇ ਚੜ੍ਹੇ ਹੋਏ ਗਰੀਬ ਲੱਭਦੇ ਤੇ ਜਿੱਥੇ ਹੁਣ ਦਮਦਮਾ ਸਾਹਿਬ ਸਥਾਨ ਵੀ ਇੱਥੇ ਹੀ ਹੈ, ਵਡਾਲੀ ਨਗਰ ਦੇ ਦੱਖਣ ਵਾਲੇ ਪਾਸੇ, ਇੱਧਰ ਨੂੰ ਮੂੰਹ ਉਹਦਾ ਥੋੜ੍ਹਾ ਜਿਹਾ ਨਗਰ ਦੇ ਇੱਕ ਪਾਸੇ ਸਥਾਨ ਦਮਦਮਾ ਸਾਹਿਬ ਦਾ ਸਥਾਨ ਆ ਉਹ। ਤੇ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਪਹੁੰਚੇ ਤੇ ਗਰੀਬ ਨਵਾਜੀਆਂ ਲੱਭ ਕੇ ਫਿਰ ਉਹਦਾ ਉਧਾਰਾ ਕੀਤਾ ਸੂਰ ਦਾ। ਮਹਾਰਾਜ ਨੇ ਕਲਿਆਣ ਕੀਤੀ ਬਾਬਾ ਬੁੱਢਾ ਸਾਹਿਬ ਜੀ ਦਾ। ਇਹ ਵੀ ਫਿਰ ਵਰਦਾਨ ਮਹਾਰਾਜ ਨੇ ਬਚਨ ਪੂਰਾ ਕੀਤਾ ਹਜ਼ੂਰ ਨੇ। ਬੜੇ ਸਥਾਨ ਹੈ ਇੱਥੇ, 6ਵੇਂ ਪਾਤਸ਼ਾਹ ਦੇ ਅਵਤਾਰ ਦਾ ਸਥਾਨ ਵਿਚਕਾਰ ਆ ਨਗਰ ਦੇ। ਤੋ ਇਸ ਤਰ੍ਹਾਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਿਮਾ ਅੱਗੇ ਜਿਵੇਂ ਜਿਵੇਂ ਸੁਣੋਗੇ ਖਾਲਸਾ ਜੀ, ਤੁਹਾਨੂੰ ਉਹ ਸਥਾਨਾਂ ਦੇ ਦਰਸ਼ਨ ਕਰਨ ਦਾ ਹੋਰ ਵੀ ਆਨੰਦ ਆਵੇਗਾ। ਕਿਉਂਕਿ ਫਿਰ ਜਦੋਂ ਇਤਿਹਾਸ ਸੁਣਿਆ ਹੋਵੇ ਫਿਰ ਸਭ ਕੁਝ ਸਾਖੀ ਹੋ ਜਾਂਦਾ ਹੈ, ਪਤਾ ਹੁੰਦਾ ਵੀ ਇੱਥੇ ਆਹ ਹੈ, ਇੱਥੇ ਆਹ ਹੈ। ਉਸ ਤਰ੍ਹਾਂ ਸਾਧ ਸੰਗਤ ਜੀ ਕਈ ਵਾਰੀ ਜਾਈਦਾ, ਅਸੀਂ ਵੀ ਪਹਿਲਾਂ ਜਾਂਦੇ ਰਹੇ ਹਾਂ, ਅਤੇ ਉਹ ਐਂ ਲੱਗਣਾ ਜਿਵੇਂ ਪਿੰਡ ਨਗਰ ਦੇ ਆਮ ਗੁਰੂ ਘਰ ਵਿੱਚ ਜਿਹਦਾ ਇਤਿਹਾਸ ਕੋਈ ਕੇਵਲ ਨਗਰ ਦਾ ਸਥਾਨ ਬਣਿਆ ਦਰਸ਼ਨਾਂ ਵਾਸਤੇ, ਉਹਦੇ ਦਰਸ਼ਨ ਕਰ ਲਏ। ਜਿਹੋ ਜਿਹੇ ਕਿਸੇ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਲਈ, ਕੋਈ ਗੱਲ ਰਹਿੰਦੀ ਸੀ ਮਨ ਵਿੱਚ, ਤੋ ਸ਼ਰਧਾ ਭਾਵਨਾ ਉਵੇਂ ਬਣਦੀ ਨਹੀਂ ਸੀ। ਅਤੇ ਜਦੋਂ ਇਤਿਹਾਸ ਸੁਣ ਲਈਏ ਤਾਂ ਫਿਰ ਹੌਲੀ ਹੌਲੀ ਪਤਾ ਲੱਗਣ ਲੱਗ ਜਾਂਦਾ। ਫਿਰ ਜਦੋਂ ਜਾਈਏ ਉੱਥੇ ਫਿਰ ਆਨੰਦ ਆਉਂਦਾ ਜ਼ਿਆਦਾ। ਤੋ ਇਹ ਪਾਵਨ ਪਵਿੱਤਰ ਇਤਿਹਾਸ, ਗੁਰੂ ਧਾਮਾਂ ਦਾ ਪ੍ਰੇਮ, ਸ਼ਰਧਾ, ਸਤਿਕਾਰ ਆਪ ਸਾਰੀ ਸੰਗਤ ਦੇ ਹਿਰਦੇ ਵਸੇ। ਜਾਓ ਅਤੇ ਸਭ ਸਥਾਨਾਂ ਦੇ ਭਾਈ ਪੁੱਛ ਕੇ ਦਰਸ਼ਨ ਕਰਕੇ ਆਓ। ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਅਵਤਾਰ ਧਾਰਨਾ। ਅੱਗੇ ਪ੍ਰਸੰਗ ਆਵੇਗਾ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਮਾਸ ਮਾਸ ਪ੍ਰਾਤ ਈਸ਼ੋ ਨਾਨੈ ਸੁਥਾਨ ਆਨ। ਨੰਦਨ ਆਨੰਦ ਲਹਿ ਨਾਰੀ ਦੁਖ ਹਾਨੀਐ ਹੈ। ਬਾਛਤ ਅਪਰ ਲਹਿ ਦੂਸ਼ਣ ਕੁਦਹਿ ਨਾਰ।
ਸਤਿਗੁਰ ਸ਼ਰਦਾ ਬਿਲੰਦ ਹੋਏ ਮਾਨੀਐ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।